श्री आर जन बिघनन के नाशक, बिघनन के नाशक। श्री हर गोबिंद शुभ सुमत प्रकाशक। श्री हर राय नमो कर जोरी, नमो कर जोरी। श्री हर कृष्ण मनाए बहोरी। गुर तेग बहादुर परम कृपाला जी, परम कृपाला। श्री गुरु गोबिंद सिंह विसाला। धरों धरा पर पुन पुन सीसा जी, पुन पुन सीसा। बंदों बार बार जगदीशा। जिसमें अमृत ज्ञान है मानक भगत वैराग। श्री गुरु ग्रंथ साहिब उदद बंदों कर अनुराग। एक अंकारा सतगुरु ते प्रसाद सच होए। वाहिगुरु जी की फतेह। बिघ्न विनाशन सोए। वाहिगुरु जी की फतेह। बिघ्न विनाशन सोए। सतनाम श्री वाहिगुरु साहिब जी। चौपाई। मन जीते सो सूर कहावै, प्रभ दरगाह मान बहु पावै। नर सुर तिस को सुजस बखानै, सुख अविनाशी मिलह महानै। मन जीते सो सूर कहावै। वाहिगुरु जी का खालसा, वाहिगुरु जी की फतेह। चवर छतर तख्त दे मालक, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਗੋਦ ਦੇ ਅੰਦਰ ਸੱਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਸਤਿਕਾਰਯੋਗ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ। ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਆਪ ਜੀ ਦਰਸ਼ਨ ਦੀਦਾਰ ਕਰਦੇ ਹੋ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੋ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਰੋਜ਼ਾਨਾ ਹੀ ਸਤਿਗੁਰਾਂ ਦੇ ਪਾਵਨ ਇਤਿਹਾਸ ਦੇ ਵਿੱਚੋਂ ਲੜੀਵਾਰ ਕਥਾ ਦਾ ਪ੍ਰਸੰਗ ਆਪ ਜੀ ਸਰਵਣ ਕਰਦੇ ਹੋ। ਇਸ ਦੇ ਨਾਲ ਹੀ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਜੋ 8ਵੇਂ ਪਾਤਸ਼ਾਹ ਜਿਨ੍ਹਾਂ ਦਾ ਨਾਮ ਲੈਂਦਿਆਂ ਹੀ ਮੁੱਖ ਤੋਂ ਹਰ ਸਿੱਖ ਸ਼ਰਧਾ ਅਤੇ ਭਾਵਨਾ ਨਾਲ ਇਹਨਾਂ ਬਚਨਾਂ ਦੇ ਰਾਹੀਂ ਸੀਸ ਝੁਕਾਉਂਦਾ ਹੈ ਕਿ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਐਸੇ ਮਹਾਨ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਵੀ ਸਮੁੱਚਾ ਸੰਸਾਰ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾ ਰਿਹਾ ਹੈ। PTC ਸਿਮਰਨ ਚੈਨਲ ਦੇ ਰਾਹੀਂ ਆਪ ਸਾਰੀ ਸੰਗਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਇਤਿਹਾਸ ਦੀ ਕਥਾ ਸਰਵਣ ਕਰਨ ਵਾਸਤੇ ਇਕਾਗਰਚਿਤ ਹੋ ਕਰਕੇ ਹਾਜ਼ਰੀਆਂ ਲਵਾ ਰਹੇ ਹੋ। ਲੜੀਵਾਰ ਇਤਿਹਾਸ ਦੇ ਪ੍ਰਸੰਗ ਤੋਂ ਪਹਿਲਾਂ ਸੰਖੇਪ ਮਾਤਰ 8ਵੇਂ ਪਾਤਸ਼ਾਹ ਦੇ ਜੀਵਨ ਦੇ ਸੰਬੰਧੀ ਆਪ ਜੀ ਨਾਲ ਬੇਨਤੀਆਂ ਕਰਨੀਆਂ ਨੇ ਕਿ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੀਆਂ ਸਿਫਤਾਂ ਦੀ ਗੱਲ ਕਰੀਏ
ਇਹ ਗੁਰੂ ਨਾਨਕ ਦਾ ਉਹ ਘਰ ਹੈ ਜਿੱਥੇ ਸਰੀਰ ਨੂੰ ਗੁਰੂ ਨਹੀਂ ਕਿਹਾ ਗਿਆ। 8ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਪਾਵਨ ਜੀਵਨ ਨੂੰ ਵਾਚਣ ਦਾ ਯਤਨ ਕਰਦੇ ਆ, ਅੱਜ ਦੇ ਦਿਹਾੜੇ ਸਨ 1656 ਦੇ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਨੂੰ ਭਾਗ ਲੱਗੇ ਹੈ ਤੇ 7ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਹੁੰਦਾ ਹੈ। ਜੇ ਪਿਛੋਕੜ ਪਰਿਵਾਰ ਦਾ ਵੇਖੀਏ ਤੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੇ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਅੱਗੇ 2 ਪੁੱਤਰ ਹੁੰਦੇ ਨੇ, ਬਾਬਾ ਧੀਰਮਲ ਜੀ ਤੇ ਛੋਟੇ ਸਪੁੱਤਰ ਜੋ 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਰੂਪ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ। 7ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਵੱਡੇ ਸਪੁੱਤਰ ਦੇ ਰੂਪ ਵਿੱਚ ਬਾਬਾ ਰਾਮ ਰਾਏ ਜੀ ਦਾ ਜਨਮ ਹੁੰਦਾ ਹੈ ਤੇ ਛੋਟੇ ਸਪੁੱਤਰ ਦੇ ਰੂਪ ਵਿੱਚ ਅੱਜ ਦੇ ਦਿਹਾੜੇ ਧੰਨ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਨੂੰ ਭਾਗ ਲੱਗਣ ਤੇ ਪਾਵਨ ਪ੍ਰਕਾਸ਼ ਹੁੰਦਾ। ਸਾਰੀਆਂ ਹੀ ਸੰਗਤਾਂ ਨੂੰ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਵੱਲੋਂ ਲੱਖ ਲੱਖ ਵਧਾਈ ਹੋਵੇ। ਸਤਿਗੁਰਾਂ ਦਾ ਇਤਿਹਾਸ ਪੜ੍ਹਦਿਆਂ ਸੁਣਦਿਆਂ ਕਈ ਵਾਰ ਲੋਕ ਮਨ ਵਿੱਚ ਸ਼ੰਕਾ ਕਰਦੇ ਹੈ ਕਿ 5.25 ਸਾਲ ਦੀ ਆਰਬਲਾ ਵਿੱਚ ਵੀ ਕੋਈ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਸਕਦਾ। ਚੇਤੇ ਰੱਖਿਓ, ਗੁਰੂ ਨਾਨਕ ਦੇ ਘਰ ਦੇ ਵਿੱਚ ਸਰੀਰ ਨੂੰ ਗੁਰੂ ਨਹੀਂ ਕਿਹਾ ਗਿਆ, ਇੱਥੇ ਜੋਤ ਨੂੰ ਗੁਰੂ ਕਿਹਾ ਗਿਆ। ਸਰੀਰ ਜੰਮਦਾ ਹੈ, ਸਰੀਰ ਮਰਦਾ ਹੈ, ਸਰੀਰ ਤੇ ਬਚਪਨ ਜਵਾਨੀ ਤੇ ਬੁਢੇਪਾ ਆਉਂਦਾ ਹੈ, ਪਰ ਜੋਤ ਉਹ ਹੈ ਜਿਹੜੀ ਜੋਤ ਬਾਰੇ ਭੱਟ ਸਾਹਿਬਾਨ ਕਹਿੰਦੇ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹੀ ਜੋਤ ਜਿਹਦੇ ਬਾਰੇ ਵਿੱਚ ਭਾਈ ਸੱਤਾ ਜੀ, ਭਾਈ ਬਲਵੰਡ ਜੀ ਜ਼ਿਕਰ ਕਰਦੇ ਨੇ, ਜੋਤ ਓਹਾ ਜੁਗਤ ਸਾਏ ਛੈ ਕਾਇਆ ਫੇਰ ਪਲਟੀਏ, ਕੇਵਲ ਕਾਇਆ ਬਦਲੀ ਹੈ, ਸਰੀਰ ਬਦਲਿਆ ਹੈ। ਜੋਤ ਤੇ ਜੁਗਤ ਦੇ ਵਿੱਚ ਕੋਈ ਫਰਕ ਨਹੀਂ ਪਿਆ। ਜੇ ਅਸੀਂ ਕਵਾਂਗੇ ਕਿ ਇੰਨੀ ਕੁ ਸਾਲ ਦੇ ਵਿੱਚ ਗੁਰਗੱਦੀ ਤੇ ਕਿਵੇਂ ਬਿਰਾਜਮਾਨ ਕੀਤਾ ਜਾ ਸਕਦਾ ਹੈ, ਤੇ ਫਿਰ ਇਹ ਵੀ ਕਹਿਣਾ ਪਏਗਾ ਕਿ ਜੇ ਗੁਰਗੱਦੀ ਤੇ ਬੈਠਣ ਦੀ ਕੋਈ ਉਮਰ ਹੋ ਸਕਦੀ ਹੈ ਤੇ ਫਿਰ ਸੇਵਾ ਮੁਕਤੀ ਵਾਸਤੇ ਵੀ ਕੋਈ ਉਮਰ ਤੈਅ ਕਰਨੀ ਹੋਏਗੀ। ਇਹ ਤੇ ਨਿਰੰਕਾਰ ਪਰਮੇਸ਼ਰ ਦੀ ਗੁਰੂ ਦੀ ਬਖਸ਼ਿਸ਼ ਹੈ। ਕਿਸੇ ਨੂੰ ਬਚਪਨ ਵਿੱਚ ਪ੍ਰਾਪਤ ਹੋ ਜਾਂਦੀ ਹੈ, ਕਿਸੇ ਨੂੰ ਜਵਾਨੀ ਵਿੱਚ ਪ੍ਰਾਪਤ ਹੋ ਜਾਂਦੀ ਹੈ ਤੇ ਕਿਸੇ ਨੂੰ ਬੁਢੇਪੇ ਦੀ ਉਮਰ ਦੇ ਵਿੱਚ, ਜਿੱਥੇ ਅੱਜ ਸਰਕਾਰਾਂ 60 ਸਾਲ ਤੇ ਰਿਟਾਇਰ ਕਰ ਦਿੰਦੀਆਂ ਨੇ, 60 ਕੇ ਬੁਢੇਪਾ ਆਵੇ ਦਾ ਜ਼ਿਕਰ ਕਰਦੀਆਂ ਨੇ, ਉੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ 60 ਸਾਲ ਤੋਂ ਬਾਅਦ 62 ਸਾਲ ਦੀ ਉਮਰ ਦੇ ਵਿੱਚ ਤੇ ਗੁਰੂ ਸ਼ਰਨ ਵਿੱਚ ਆਉਂਦੇ ਹੈ ਤੇ ਫਿਰ ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਤੇ ਸਿਮਰਨ ਦੀ ਘਾਲਣਾ ਘਾਲਦਿਆਂ ਹੋਇਆਂ ਲਗਾਤਾਰ 12 ਸਾਲ ਜਿਹੜੀ ਸੇਵਾ ਕੀਤੀ ਹੈ ਤੇ ਫਿਰ ਬਖਸ਼ਿਸ਼ਾਂ ਵੀ ਪ੍ਰਾਪਤ ਕਰਕੇ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ। ਇਸੇ ਤਰ੍ਹਾਂ 5.25 ਸਾਲ ਦੀ ਆਰਬਲਾ ਦੇ ਵਿੱਚ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹਨ, ਕਿਉਂਕਿ ਜੋਤ ਤੇ ਜੁਗਤ ਗੁਰੂ ਨਾਨਕ ਪਾਤਸ਼ਾਹ ਵਾਲੀ ਹੈ। ਜਦੋਂ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ, ਕੋਈ ਭਰਮ, ਕੋਈ ਭੁਲੇਖਾ ਵੀ ਪੈਦਾ ਹੁੰਦਾ ਹੈ ਤੇ ਅਸੀਂ ਭਾਈ ਗੁਰਦਾਸ ਜੀ ਦੇ ਜਦੋਂ ਬਚਨ ਪੜ੍ਹਦੇ ਹਾਂ, ਉਹਨਾਂ ਨੇ ਬੜੇ ਸੁੰਦਰ ਢੰਗ ਦੇ ਨਾਲ ਮਨ ਦੇ ਸ਼ੰਕਿਆਂ ਨੂੰ ਦੂਰ ਕਰਦਿਆਂ ਹੋਇਆਂ ਆਪਣੇ ਕਵਿੱਤ ਦੇ ਅੰਦਰ ਵੱਖ-ਵੱਖ ਉਦਾਹਰਣਾਂ ਦੇ ਰਾਹੀਂ ਗੁਰੂ ਜੋਤ ਦੀ ਵਡਿਆਈ ਨੂੰ ਪ੍ਰਗਟ ਕੀਤਾ ਹੈ ਕਿ ਜਿਸ ਤਰੀਕੇ ਨਾਲ ਹੀਰੇ ਵੱਲ ਵੇਖੀਏ, ਵੇਖਣ ਨੂੰ ਉਹਦਾ ਆਕਾਰ ਬੜਾ ਛੋਟਾ ਹੁੰਦਾ ਹੈ, ਪਰ ਜੇ ਆਕਾਰ ਛੋਟਾ ਹੈ ਹੀਰੇ ਦਾ ਤੇ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਕੀਮਤ ਕੋਈ ਨਹੀਂ। ਨਿੱਕਾ ਜਿਹਾ ਹੀਰਾ ਵੀ ਹੁੰਦਾ ਹੈ ਤੇ ਜਦੋਂ ਉਹਦਾ ਮੁੱਲ ਪਵਾਉਣ ਜਾਈਏ ਨਾ ਤੇ ਖਜ਼ਾਨਿਆਂ ਦੇ ਨਾਲ, ਰੁਪਈਆਂ ਤੇ ਪੈਸਿਆਂ ਦੇ ਨਾਲ ਝੋਲੀਆਂ ਭਰ ਜਾਂਦੀਆਂ ਨੇ, ਮਕਾਨ ਭਰ ਜਾਂਦੇ ਨੇ। ਕਹਿੰਦੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭੰਡਾਰ ਜੀ। ਮੁੱਲ ਪਾ ਦਈਏ ਉਸ ਨਿੱਕੇ ਜਿਹੇ ਹੀਰੇ ਦਾ ਤੇ ਦਮੜੀਆਂ ਨਾਲ, ਪੈਸਿਆਂ ਨਾਲ, ਰੁਪਈਆਂ ਨਾਲ ਭੰਡਾਰੇ ਭਰ ਜਾਂਦੇ ਨੇ। ਫਿਰ ਉਦਾਹਰਣ ਦੇ ਕੇ ਕਹਿੰਦੇ ਨੇ ਜੈਸੇ ਬਰ ਬੰਦੀ ਹੁੰਡੀ ਲਾਗਤ ਨਾ ਭਾਰ ਕਛ, ਕਿ ਜੇ ਪੱਲੇ ਦੇ ਨਾਲ ਹੁੰਡੀ ਬੰਨੀ ਹੋਵੇ, ਅੱਜ ਦੇ ਹਿਸਾਬ ਨਾਲ ਇਹ ਕਹਿ ਲਈਏ ਜੇ ਚੈੱਕ ਜਾਂ ਡਰਾਫਟ ਕਿਸੇ ਦੇ ਕੋਲ ਹੋਵੇ, ਹੁੰਦਾ ਤੇ ਛੋਟਾ ਜਿਹਾ ਕਾਗਜ਼ ਹੀ ਹੈ, ਪਰ ਜਦੋਂ ਚੈੱਕ ਜਾਂ ਡਰਾਫਟ ਪਾਸ ਹੋ ਜਾਵੇ ਤੇ ਜਿੰਨੀ ਉਹਦੇ ਤੇ ਰਕਮ ਲਿਖੀ ਹੋਵੇ, ਉਹ ਕਈ ਵਾਰ ਸਾਂਭਣ ਵਾਸਤੇ ਬੰਦੇ ਦੇ ਕੋਲ ਜਗ੍ਹਾ ਨਹੀਂ ਹੁੰਦੀ ਕਿ ਉਹ ਨਿੱਕੇ ਜਿਹੇ ਕਾਗਜ਼ ਦੇ ਉੱਪਰ ਵੀ ਬਹੁਤ ਕੁਝ ਲਿਖਿਆ ਹੁੰਦਾ ਹੈ, ਬਹੁਤ ਰੁਪਈਏ ਲਿਖੇ ਹੁੰਦੇ ਨੇ। ਹੁੰਡੀ ਜਦੋਂ ਤਰ ਜਾਵੇ, ਪਾਸ ਹੋ ਜਾਵੇ ਤੇ ਕਹਿੰਦੇ ਉਹਦੇ ਬਦਲੇ ਦੇ ਵਿੱਚ ਬਹੁਤ ਸਾਰਾ ਧਨ ਪ੍ਰਾਪਤ ਹੋ ਜਾਂਦਾ ਹੈ।
ਜੈਸੇ ਬਰ ਬਾਂਦੇ ਹੁੰਡੀ ਲਾਗਤ ਨਾ ਭਾਰ ਕਛੂ ਆਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ। ਤੇ ਤੀਜੀ ਉਦਾਹਰਣ ਦਿੰਦੇ ਨੇ, ਜੇ ਕਿਤੇ ਵੱਟ ਬੀਜ ਨੂੰ ਕਿਤੇ ਵੇਖਿਆ ਜਾਵੇ, ਇੱਕ ਬਰਗਦ ਦਾ ਦਰਖਤ ਹੈ, ਬੋਹੜ ਦਾ ਦਰਖਤ ਹੈ, ਕਿਤੇ ਵੇਖਿਆ ਜਾਵੇ ਉਹਦਾ ਬੀਜ ਬਹੁਤ ਛੋਟਾ ਜਿਹਾ ਹੈ ਬੋਹੜ ਦਾ, ਤੇ ਛੋਟੇ ਜਿਹੇ ਬੀਜ ਦੇ ਵਿੱਚੋਂ ਇੱਕ ਵੱਡਾ ਸਾਰਾ ਬੋਹੜ ਦਾ ਦਰਖਤ ਜਿਹੜਾ ਹੈ ਪ੍ਰਗਟ ਹੁੰਦਾ ਹੈ। ਜੈਸੇ ਵੱਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸੇ ਵਿਵਿਧ ਕਰੇ ਬਿਰਖ ਵਿਸਥਾਰ ਜੀ। ਬਹੁਤ ਵੱਡਾ ਬਿਰਖ ਦਾ ਦਰਖਤ ਦਾ ਆਕਾਰ ਨਜ਼ਰ ਆਉਂਦਾ ਹੈ। ਕਹਿੰਦੇ ਇਸੇ ਤਰੀਕੇ ਨਾਲ ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ, ਗੁਰੂ ਕੇ ਬਚਨ ਕੋਈ ਜੀਵਨ ਵਿੱਚ ਸੰਚਨ ਕਰ ਲਵੇ, ਇਕੱਠੇ ਕਰ ਲਵੇ, ਜਦੋਂ ਗੁਰੂ ਕੇ ਸਿੱਖ ਦੇ ਜੀਵਨ ਦੇ ਵਿੱਚ ਗੁਰੂ ਕੇ ਬਚਨ ਦੀ ਕੋਈ ਕਮਾਈ ਕਰਦਾ ਹੈ। ਚੇਤੇ ਰੱਖਿਓ, ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਬਚਨ ਨੇ ਠੱਗ ਨੂੰ ਸੱਜਣ ਬਣਾ ਦਿੱਤਾ ਸੀ। ਇੱਕੋ ਸ਼ਬਦ ਸੁਣਿਆ ਸੀਗਾ, ਭਾਈ ਲਹਿਣਾ ਜੀ ਨੇ ਆਸਾ ਕੀ ਵਾਰ ਦੀ 21ਵੀਂ ਪੌੜੀ, ਜਿਤ ਸੇਵੇਂ ਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਏ। ਜੀਵਨ ਪਲਟ ਗਿਆ ਸੀ, ਗੁਰੂ ਸ਼ਰਨ ਵਿੱਚ ਆਏ ਤੇ ਲਹਿਣੇ ਤੋਂ ਗੁਰੂ ਅੰਗਦ ਸਾਹਿਬ ਬਣੇ। ਇੱਕ ਸ਼ਬਦ ਹੀ ਸੁਣਿਆ ਸੀ ਬਾਬਾ ਅਮਰਦਾਸ ਜੀ ਨੇ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਤੇ ਜਦੋਂ ਇਹ ਸ਼ਬਦ ਦੀ ਵਿਚਾਰ ਸੁਣਦੇ ਹੈ ਤੇ ਕਹਿੰਦੇ ਜੀਵਨ ਪਲਟੇ ਵਿੱਚ ਆ ਜਾਂਦਾ ਹੈ, ਜੀਵਨ ਬਦਲ ਜਾਂਦਾ ਹੈ। ਇੱਕ ਸ਼ਬਦ ਵੀ ਜੀਵਨ ਬਦਲ ਸਕਦਾ ਹੈ। ਗੱਲ ਤੇ ਗੁਰੂ ਕੇ ਸ਼ਬਦ ਦੀ ਹੈ, ਗੁਰੂ ਕੀ ਸਿੱਖਿਆ ਦੀ ਹੈ, ਗੁਰੂ ਕੇ ਉਪਦੇਸ਼ ਦੀ ਹੈ। ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ ਜਾਨੀਏ ਮਹਾਤਮ ਗਏ ਹੀ ਹਰਦੁਆਰ ਜੀ। ਜਦੋਂ ਰੱਬ ਦੇ ਘਰ ਬੰਦਾ ਪਹੁੰਚਦਾ ਤੇ ਪਤਾ ਲੱਗਦਾ ਹੈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ ਉਹਨਾਂ ਦੇ ਜੀਵਨ ਵਿੱਚ ਬਰਕਤਾਂ ਕਿਵੇਂ ਪੈਂਦੀਆਂ। ਇੱਕ ਪੰਜਾਬੀ ਦੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ, ਕਹਿੰਦੇ ਜਿਵੇਂ ਸਭ ਤੋਂ ਛੋਟਾ ਬਾਵਨ ਚੰਦਨ ਛੋਟਾ ਜਿਹਾ 52 ਕੋਂਗਲਾ ਬਰਾਬਰ ਛੋਟਾ ਜਿਹਾ ਦਰਖਤ ਮੰਨਿਆ ਜਾਂਦਾ ਹੈ। ਤੇ ਚੰਦਨ ਦਾ ਦਰਖਤ ਛੋਟਾ ਹੋ ਕਰਕੇ ਵੀ ਉਹਦੀ ਖੁਸ਼ਬੂ ਦੇ ਨਾਲ ਆਲੇ ਦੁਆਲੇ ਦੀ ਵਨਸਪਤੀ ਨੂੰ ਵੀ ਆਪਣੇ ਵਰਗਾ ਖੁਸ਼ਬੂ ਦੇ ਨਾਲ ਭਰਪੂਰ ਕਰ ਦਿੰਦਾ ਹੈ। ਜੋ ਸਭ ਤੋਂ ਛੋਟਾ ਬਾਵਨ ਚੰਦਨ ਕੁੱਲ ਬਨ ਵਿੱਚ ਮਹਿਕਾਰ ਕਰੇ, ਜੋ ਹੀਰਾ ਛੋਟਾ ਹੋ ਕੇ ਵੀ ਮੁੱਲ ਆਪਣਾ ਲੱਖ ਹਜ਼ਾਰ ਕਰੇ, ਜੋ ਪਾਰਸ ਲੋਹਾ ਲੱਖ ਮਣ ਸ਼ੋਹੇ ਤੇ ਸੋਨੇ ਹਾਰ ਕਰੇ, ਤਿਉ 5 ਸਾਲਾਂ ਦੇ ਬਾਲਾ ਪ੍ਰੀਤਮ ਜਗ ਦੇ ਦੁੱਖ ਨਿਵਾਰ ਕਰੇ। ਤਿਵੇਂ 5 ਸਾਲਾਂ ਦੇ ਬਾਲਾ ਪ੍ਰੀਤਮ ਜਗ ਦੇ ਦੁੱਖ ਨਿਵਾਰ ਕਰੇ, ਜਿਹੜੇ ਜਗਤ ਦੇ ਦੁੱਖਾਂ ਦਾ ਨਿਵਾਰਨ ਕਰਦੇ। ਤੇ ਅੱਜ ਸਮੁੱਚਾ ਸੰਸਾਰ ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਕਹਿੰਦਾ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਗੱਲ ਤੇ ਦਰਸ਼ਨ ਦੀ ਹੈ, ਪਰ ਦੇਖਣ ਵਾਸਤੇ ਕੇਵਲ ਇਹ ਅੱਖਾਂ ਨਹੀਂ, ਉਹ ਪਰਮਾਤਮਾ ਨੂੰ ਦੇਖਣਾ ਹੈ। ਤੇ ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪਰੀ। ਉਹ ਸ਼ਰਧਾ ਤੇ ਗਿਆਨ ਵਾਲੀਆਂ ਅੱਖਾਂ ਨਾਲ ਜਦੋਂ ਗੁਰੂ ਦੇ ਕੋਈ ਦੀਦਾਰ ਕਰਦਾ ਹੈ, ਵੇਖਣ ਵਾਲੀਆਂ ਅੱਖਾਂ ਜਿਹਦੇ ਵਿੱਚ ਸ਼ਰਧਾ ਵੀ ਹੋਵੇ, ਜਿਹਦੇ ਵਿੱਚ ਗਿਆਨ ਵੀ ਹੋਵੇ, ਤੇ ਜਦੋਂ ਉਸ ਭਾਵਨਾ ਦੇ ਨਾਲ ਕੋਈ ਗੁਰੂ ਨੂੰ ਵੇਖਦਾ ਹੈ ਨਾ, ਫਿਰ ਸੱਚ ਜਾਣਿਓ ਉਹੀ ਜੋਤ ਹੈ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਵਿੱਚ ਜਗਤ ਦੇ ਵਿੱਚ ਵਿਚਰੀ ਹੈ। ਸ਼ੰਕਾ ਕਰਨ ਵਾਲਿਆਂ ਦੇ ਮਨ ਵਿੱਚ ਸ਼ੰਕਾ ਵੀ ਪੈਦਾ ਹੋਇਆ ਕਿ ਜੇ ਚੱਲੇ ਨੇ ਪੰਜੋਖਰੇ ਦੀ ਧਰਤੀ ਦੇ ਕੋਲ ਦਾ ਇਤਿਹਾਸ ਪੜ੍ਹਦੇ ਹਾਂ, ਪੰਡਤ ਲਾਲ ਚੰਦ ਦੇ ਮਨ ਵਿੱਚ ਹੰਕਾਰ ਕਿ ਮੈਂ ਬੜਾ ਵਿਦਵਾਨ ਹਾਂ, ਤੇ ਇਹ 5.25 ਸਾਲ ਦੀ ਆਰਬਲਾ ਵਾਲੇ ਨੂੰ ਲੋਕ ਗੁਰੂ ਕਰਕੇ ਪੂਜਦੇ ਨੇ, ਸਤਿਕਾਰ ਕਰਦੇ ਨੇ। ਇੱਕ ਸ਼੍ਰੀ ਕ੍ਰਿਸ਼ਨ ਸੀ ਜਿਨ੍ਹਾਂ ਗੀਤਾ ਦੇ ਉਚਾਰਨ ਕੀਤਾ, ਤੇ ਇੱਕ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ। ਇਹਨਾਂ ਨੇ ਨਾਮ ਹੋਰ ਵੀ ਵੱਡਾ ਰੱਖਿਆ ਹੋਇਆ ਹੈ। ਮਨ ਵਿੱਚ ਹੰਕਾਰ ਕਿ ਮੈਂ ਤੇ ਤਾਂ ਇਹ ਵਡਿਆਈ ਨੂੰ ਜਾਣਾ ਜੇ ਇਹ ਗੀਤਾ ਦੇ ਅਰਥ ਕਰ ਦੇਣ। ਤੇ ਸਤਿਗੁਰ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦੇ ਘਰ ਦੀਆਂ ਸਿਫਤਾਂ ਬਹੁਤ ਵੱਡੀਆਂ ਨੇ, ਜੇ ਅਸੀਂ ਅਰਥ ਕਰਤੇ ਤੂੰ ਸੋਚੇਂਗਾ ਕਿ ਇਹਨਾਂ ਨੇ ਗੁਰੂ ਪੁੱਤਰ ਨੇ ਕਿਸੇ ਕੋ ਪੜ੍ਹ ਲਏ ਹੋਣੇ ਨੇ, ਸੁਣ ਲਏ ਹੋਣੇ ਨੇ। ਤੇ ਜੇ ਗੁਰੂ ਨਾਨਕ ਦੇ ਘਰ ਦੀ ਵਡਿਆਈ ਵੇਖਣਾ ਚਾਹੁੰਦਾ ਹੈ, ਜਾਣਨਾ ਚਾਹੁੰਦਾ ਹੈ, ਤੂੰ ਆਪਣੇ ਨਗਰ ਦੇ ਵਿੱਚੋਂ ਕਿਸੇ ਵੀ ਐਸੇ ਸ਼ਖਸ ਨੂੰ ਲੈ ਕਰਕੇ ਆ ਜਿਹਦੇ ਕੋਲੋਂ ਤੂੰ ਚਾਹੇ ਇਹ ਗੁਰੂ ਨਾਨਕ ਦੀਆਂ ਰਹਿਮਤਾਂ ਉਹਦੇ ਵਿੱਚੋਂ ਵੀ ਤੈਨੂੰ ਪ੍ਰਗਟ ਹੋ ਕੇ ਨਜ਼ਰ ਆਉਂਦੀਆਂ ਦਿਖਣਗੀਆਂ ਕਿ ਗੁਰੂ ਨਾਨਕ ਦਾ ਘਰ ਕਿਵੇਂ ਬਖਸ਼ਿਸ਼ਾਂ ਕਰਦਾ ਹੈ। ਆਪਣੇ ਪਿੰਡ ਦੇ ਵਿੱਚ ਇੱਕ ਐਸਾ ਮਨੁੱਖ ਜਿਹਦੇ ਬਾਰੇ ਇਹ ਜਾਣਦਾ ਸੀ ਕਿ ਨਾ ਇਹ ਬੋਲਦਾ ਹੈ ਨਾ ਇਹ ਸੁਣਦਾ ਹੈ, ਜਿਹਨੂੰ ਛੱਜੂ ਝੀਵਰ ਕਰਕੇ ਲੋਕ ਜਾਣਦੇ ਆ, ਲੈ ਕੇ ਆਇਆ। ਤੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਪਣੀ ਮਿਹਰ ਦੀ ਨਿਗਾਹ ਨਾਲ ਉਹਨੂੰ ਤੱਕਿਆ, ਆਪਣੀ ਛੋਟੀ ਜਿਹੀ ਛੜੀ ਹੱਥ ਵਿੱਚ ਪਕੜ ਕੇ ਉਹਦੇ ਸੀਸ ਦੇ ਉੱਪਰ ਰੱਖੀ, ਤੇ ਮਿਹਰ ਦੀ ਛੜੀ ਜਦੋਂ ਉਹਦੇ ਸਿਰ ਤੇ ਰੱਖੀ ਹੈ, ਸਾਧ ਸੰਗਤ ਤੇ ਇਤਿਹਾਸ ਗਵਾਹ ਹੈ, ਪੰਡਤ ਲਾਲ ਚੰਦ ਦਾ ਹੰਕਾਰ ਟੁੱਟਿਆ, ਹੈਰਾਨ ਹੋ ਗਿਆ। ਜਿਹੜੇ ਜਿਹੜੇ ਸ਼ਲੋਕ ਉਹ ਮੁੱਖ ਤੋਂ ਬੋਲਦਾ ਹੈ, ਏਡੇ ਭਾਵਪੂਰਤ ਅਰਥ ਛੱਜੂ ਝੀਵਰ ਨੇ ਕੀਤੇ। ਹੰਕਾਰੀ ਨੂੰ ਆਪਣਾ ਸਿਰ ਜਿਹੜਾ ਸੀ
ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਝੁਕਾਉਣਾ ਪਿਆ। ਅੱਜ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਜੀਵਨ ਨੂੰ ਪੜ੍ਹਦੇ ਹਾਂ, ਉਹਨਾਂ ਦੇ ਜੀਵਨ ਦੀਆਂ ਬੇਅੰਤ ਰਹਿਮਤਾਂ ਵਿੱਚੋਂ ਦੋ ਗੱਲਾਂ ਜ਼ਰੂਰ ਚੇਤੇ ਰੱਖਿਓ। ਜਦੋਂ ਇਤਿਹਾਸ ਦੇ ਵਿੱਚ ਖਾਸ ਤੌਰ ਤੇ ਅੱਜ ਸਿੱਖ ਰਹਿਤ ਮਰਿਆਦਾ ਅਸੀਂ ਪੜ੍ਹਦੇ ਹਾਂ ਨਾ, ਸਿੱਖ ਰਹਿਤ ਮਰਿਆਦਾ ਵਿੱਚ ਅੰਮ੍ਰਿਤਧਾਰੀ ਗੁਰਸਿੱਖ ਨੂੰ ਪੰਜ ਪਿਆਰੇ ਸਾਹਿਬਾਨ ਇਹ ਗੱਲ ਦੱਸਦੇ ਨੇ ਕਿ ਤੂੰ ਕੁੜੀ ਮਾਰ ਨੜੀ ਮਾਰ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਇਹ ਹੁਕਮਨਾਮੇ ਖਾਸ ਤੌਰ ਤੇ 8ਵੇਂ ਪਾਤਸ਼ਾਹ ਦੇ ਵੇਲੇ ਵਿੱਚ ਹੀ ਜਾਰੀ ਕੀਤੇ ਗਏ ਕਿ ਇੱਕ ਦਿਨ ਰੋਪੜ ਦਾ ਰਹਿਣ ਵਾਲਾ ਰਾਜਾ ਰਾਮ ਨਾਂ ਦਾ ਸ਼ਾਹੂਕਾਰ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਉਣ ਲੱਗਾ ਤੇ ਸੇਵਾਦਾਰਾਂ ਨੂੰ 8ਵੇਂ ਪਾਤਸ਼ਾਹ ਨੇ ਕਹਿ ਦਿੱਤਾ ਕਿ ਇਹਨੂੰ ਅੰਦਰ ਨਹੀਂ ਵੜਨ ਦੇਣਾ। ਉਹ ਰੋ ਕਰਕੇ ਪੁਕਾਰ ਕਰਕੇ ਕਹਿੰਦਾ ਇਹ ਤੇ ਗੁਰੂ ਨਾਨਕ ਦਾ ਘਰ ਹੈ, ਜਿੱਥੇ ਆਉਣ ਵਾਲੇ ਦੀ ਜਾਤ ਨਹੀਂ ਪੁੱਛੀ ਜਾਂਦੀ, ਧਰਮ ਨਹੀਂ ਪੁੱਛਿਆ ਜਾਂਦਾ, ਜਿਸ ਦਰ ਤੇ ਜਾਣ ਵਾਲੇ ਦਾ ਕਿਸੇ ਪ੍ਰਕਾਰ ਨਾਲ ਰੰਗ ਧਰਮ ਨਸਲ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਇਹ ਸੱਚ ਹੈ, ਇਹ ਗੁਰੂ ਨਾਨਕ ਦੇ ਘਰ ਵਿੱਚ ਆਉਣ ਵਾਲੇ ਦੀ ਜਾਤ ਨਹੀਂ ਵੇਖੀ ਜਾਂਦੀ, ਧਰਮ ਨਹੀਂ ਵੇਖਿਆ ਜਾਂਦਾ, ਅਮੀਰੀ ਗਰੀਬੀ ਨਹੀਂ ਵੇਖੀ ਜਾਂਦੀ। ਇਹ ਤੇ ਦਾਰੀ ਐਸਾ ਹੈ ਕਬੀਰ ਜਿਹ ਦਰ ਆਵਤ ਜਾਤਿਓਂ ਹਟਕੇ ਨਾਹੀਂ ਕੋਏ, ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਤੇ ਕਹਿੰਦਾ ਮੈਨੂੰ ਕਿਉਂ ਰੋਕਿਆ ਗਿਆ? ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੇ ਘਰ ਕਿਸੇ ਨਾਲ ਵਿਤਕਰਾ ਨਹੀਂ, ਪਰ ਜਿਹੜਾ ਔਰਤਾਂ ਦਾ ਸਤਿਕਾਰ ਨਾ ਕਰ ਸਕੇ, ਇਸਤਰੀ ਦਾ ਸਤਿਕਾਰ ਨਾ ਕਰ ਸਕੇ, ਧੀਆਂ ਭੈਣਾਂ ਤੇ ਜ਼ੁਲਮ ਕਰਦਾ ਹੋਵੇ, ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਉਹ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਦਾ। ਤੇਰੇ ਇਲਾਕੇ ਦੇ ਵਿੱਚ ਇੱਕ ਦੁਖੱਤਰ ਕੁਸ਼ੀ ਨਾਂ ਦੀ ਰੀਤ ਚੱਲਦੀ ਹੈ ਕਿ ਜੰਮਦੀ ਹੋਈ ਬੱਚੀ ਨੂੰ ਪਿਤਾ ਆਪਣੇ ਹੱਥ ਵਿੱਚ ਪਕੜ ਕਰਕੇ, ਇਹ ਰਾਜਾ ਰਾਮ ਰੋਪੜ ਦੇ ਇਲਾਕੇ ਦਾ ਸ਼ਾਹੂਕਾਰ, ਕਿ ਇਹ ਇਲਾਕੇ 'ਚ ਰੀਤ ਸੀ ਕਿ ਬੱਚੀ ਨੂੰ ਹੱਥ ਜਾਂ ਨਵ ਜੰਮੀ ਬੱਚੀ ਨੂੰ ਹੱਥ ਵਿੱਚ ਪਿਤਾ ਪਕੜ ਕੇ ਆਪਣੇ ਪਿੰਡ ਵਿੱਚ ਹੋਕਾ ਦਿੰਦਾ, ਜੇ ਤੇ ਕੋਈ ਲੜਕੀ ਨੂੰ ਮੰਗ ਲੈਂਦਾ ਤੇ ਜਾਨ ਬਚਦੀ, ਨਹੀਂ ਤੇ ਚੁਰਾਏ ਵਿੱਚ ਲਿਜਾ ਕੇ ਨਵ ਜਨਮੀ ਬੱਚੀ ਦੇ ਸੀਨੇ ਉੱਪਰ ਛੁਰਾ ਮਾਰ ਕਰਕੇ ਉਸ ਨਵ ਜਨਮੀ ਬੱਚੀ ਨੂੰ ਕਤਲ ਕਰ ਦਿੱਤਾ ਜਾਂਦਾ ਸੀਗਾ। ਇਹ ਦੁਖੱਤਰ ਕੁਸ਼ੀ ਧੀਆਂ ਨੂੰ ਮਾਰਨ ਵਾਲੀ ਇਹੋ ਜਿਹੀ ਰੀਤ ਜਿਹੜੀ ਸੀ ਉਹਨਾਂ ਸਮਿਆਂ ਵਿੱਚ ਚੱਲਦੀ ਸੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿੱਥੇ ਧੀਆਂ ਦਾ ਸਤਿਕਾਰ ਨਹੀਂ, ਬੱਚੀਆਂ ਦਾ ਸਤਿਕਾਰ ਨਹੀਂ, ਕੁੜੀ ਮਾਰ ਵਰਗੇ ਤੇਰੇ ਇਲਾਕੇ 'ਚ ਘਿਨਾਉਣੇ ਕਰਮ ਹੁੰਦੇ ਐ, ਤੇਰਾ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਥੇ ਪ੍ਰਵੇਸ਼ ਨਹੀਂ ਹੋ ਸਕਦਾ। ਇਹ ਤਰਲੇ ਲੈ ਕੇ ਮਾਫੀ ਮੰਗਦਾ ਹੈ। ਸਤਿਗੁਰਾਂ ਨੇ ਕੁੜੀ ਮਾਰਨ ਨਾਲ ਰੋਟੀ ਬੇਟੀ ਦੀ ਸਾਂਝ ਕਰਨ ਤੋਂ ਵੀ ਮਨਾ ਕੀਤਾ ਸੀਗਾ। ਇਹ ਹੁਕਮਨਾਮੇ 8ਵੇਂ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਦੇ ਨੇ। ਕੁੜੀ ਮਾਰ ਨੜੀ ਮਾਰ, ਤੰਬਾਕੂ ਜਿਹਨੂੰ ਜਗਤ ਝੂਠ ਕਿਹਾ ਜਾਂਦਾ ਹੈ, ਨਾਂ ਲੈਣਾ ਵੀ ਗੁਰੂ ਘਰ ਦੇ ਵਿੱਚ ਪਾਪ ਹੈ, ਦੱਸਣ ਵਾਸਤੇ ਕਈ ਵਾਰ ਬੋਲਣਾ ਪੈਂਦਾ ਹੈ। ਇਹ ਹੁਕਮਨਾਮੇ ਸਤਿਗੁਰੂ 8ਵੇਂ ਪਾਤਸ਼ਾਹ ਮਹਾਰਾਜ ਦੇ ਵੇਲੇ ਹੀ ਜਾਰੀ ਹੋਏ, ਜਿਨ੍ਹਾਂ ਨੇ ਇਹ ਗੱਲ ਦੱਸ ਦਿੱਤੀ ਕਿ ਗੁਰੂ ਨਾਨਕ ਦੇ ਘਰ ਵਿੱਚ ਸਰੀਰ ਨੂੰ ਗੁਰੂ ਨਹੀਂ, ਬਲਕਿ ਜੋਤ ਤੇ ਜੁਗਤ ਦੀ ਵਡਿਆਈ ਇਸ ਦਰ ਤੇ ਕੀਤੀ ਜਾਂਦੀ ਹੈ। ਸਰੀਰ 10 ਬਦਲੇ ਨੇ ਪਰ ਗੁਰੂ ਨਹੀਂ ਬਦਲਿਆ। ਅੱਜ ਪ੍ਰਤੱਖ ਤੌਰ ਤੇ ਸ਼ਬਦ ਗੁਰੂ ਹੋ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਪਾਤਸ਼ਾਹ ਬਿਰਾਜਮਾਨ ਨੇ, ਤੇ ਜੇ ਕਿਸੇ ਨੇ ਦਰਸ਼ਨ ਕਰਨੇ ਹੈ, ਉਹ ਦੁੱਖ ਅੱਜ ਵੀ ਸ਼ਬਦ ਨਾਲ ਜੁੜਿਆ, ਬਾਣੀ ਨਾਲ ਜੁੜਿਆ, ਗੁਰੂ ਸ਼ਬਦ ਦੇ ਦਰਸ਼ਨ ਕਰਿਆ ਉਹਦੇ ਦੂਰ ਹੁੰਦੇ ਹੈ। ਤੇ 8ਵੇਂ ਪਾਤਸ਼ਾਹ ਮਹਾਰਾਜ ਨੇ ਤੇ ਪ੍ਰਤੱਖ ਤੌਰ ਤੇ ਦਿੱਲੀ ਦੇ ਅੰਦਰ ਚੇਚਕ ਵਰਗੀ ਭਿਆਨਕ ਮਹਾਮਾਰੀ ਦੇ ਦੁੱਖਾਂ ਤੋਂ ਲੋਕਾਂ ਨੂੰ ਮੁਕਤ ਕਰਦਿਆਂ ਹੋਇਆਂ ਪੌਣੇ 8 ਸਾਲ ਦੀ ਆਰਬਲਾ ਦੇ ਵਿੱਚ ਆਪ ਸਾਰੇ ਲੋਕਾਈ ਦਾ ਦੁੱਖ ਆਪਣੇ ਤਨ ਤੇ ਲੈ ਕਰਕੇ ਲੋਕਾਈ ਨੂੰ ਦੁੱਖਾਂ ਤੋਂ ਮੁਕਤ ਕਰਦਿਆਂ ਹੋਇਆਂ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ ਦੇ ਬਚਨਾਂ ਦੇ ਰਾਹੀਂ ਜੋਤੀ ਜੋਤ ਸਮਾਏ ਸੀ। ਐਸੇ ਮਹਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਸਮੁੱਚਾ ਸੰਸਾਰ ਮਨਾ ਰਿਹਾ ਹੈ। ਇੱਕ ਵਾਰ ਫੇਰ ਤੋਂ PTC ਸਿਮਰਨ ਚੈਨਲ ਦੇ ਰਾਹੀਂ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇਸ਼ ਵਿਦੇਸ਼ ਦੇ ਵਿੱਚ ਜੁੜੀ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਵੱਲੋਂ 8ਵੇਂ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਇੱਕ ਵਾਰ ਸਾਰੇ ਪਿਆਰ ਨਾਲ ਆਖੋ ਜੀ, ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਆਪਣਾ ਧਿਆਨ ਹੁਣ ਲੜੀਵਾਰ ਇਤਿਹਾਸ ਵਾਲੇ ਪਾਸੇ ਲੈ ਚੱਲੀਏ। ਜੋ ਇਤਿਹਾਸ ਦਾ ਪ੍ਰਸੰਗ ਆਪ ਜੀ ਨੇ ਕੱਲ੍ਹ ਦੇ ਦੀਵਾਨ ਤੱਕ ਸਰਵਣ ਕੀਤਾ ਕਿ ਕਿਵੇਂ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੇ ਕੋਲ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਕਰਕੇ ਨਤਮਸਤਕ ਹੁੰਦੀਆਂ ਨੇ। ਤੇ 8ਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਭਾਈ ਕਲਿਆਣ ਨਾਂ ਦਾ ਇੱਕ ਸਿੱਖ, ਜਿਹੜਾ ਸੂਦ ਜਾਤੀ ਨਾਲ ਸੰਬੰਧਿਤ ਸੀ, ਬਹੁਤ ਸੂਰਮਾ ਤੇ ਬਲਵਾਨ ਹੈ, ਵੈਰੀਆਂ ਤੇ ਦੁਸ਼ਮਣਾਂ ਦਾ
ਜੰਗ ਦੇ ਮੈਦਾਨ ਦੇ ਵਿੱਚ ਜਾ ਕਰਕੇ ਟਾਕਰਾ ਕਰਦਾ ਹੈ ਤੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦਲਾਂ ਦੇ ਆਹੂ ਲਾਉਣ ਵਾਲਾ ਬਹੁਤ ਸੂਰਮਾ ਤੇ ਬਲਵਾਨ ਕਰਕੇ ਜਾਣਿਆ ਜਾਂਦਾ ਹੈ। ਤੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਭਾਈ ਕਲਿਆਣ ਨੂੰ ਕਹਿੰਦੇ ਨੇ, ਭਾਈ ਤੂੰ ਤਨ ਕਰਕੇ ਬਾਹਰਲੇ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਤੇ ਜਾਣਦਾ ਹੈ, ਪਰ ਅਸਲ ਦੇ ਵਿੱਚ ਆਪਣੇ ਅੰਦਰ ਦੇ ਦੁਸ਼ਮਣਾਂ ਦੀ ਅਜੇ ਤੱਕ ਤੂੰ ਪਹਿਚਾਣ ਨਹੀਂ ਕੀਤੀ। ਬਾਹਰ ਦੇ ਦੁਸ਼ਮਣਾਂ ਨੂੰ ਮਾਰਨ ਵਾਲਾ ਅਸਲ ਸੂਰਮਾ ਨਹੀਂ, ਅਸਲ ਸੂਰਮਾ ਉਹ ਹੈ ਜਿਹੜਾ ਆਪਣੇ ਅੰਦਰ ਦੇ ਦੁਸ਼ਮਣਾਂ ਨੂੰ ਪਹਿਚਾਣ ਕੇ ਉਹਨਾਂ ਦੁਸ਼ਮਣਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਲਵੇ। ਤੇ ਜਿਹੜੇ ਅੰਦਰ ਦੇ ਦੁਸ਼ਮਣ ਮਨੁੱਖ ਦੇ ਜੀਵਨ ਦਾ ਨੁਕਸਾਨ ਕਰਦੇ ਨੇ, ਜਿਨ੍ਹਾਂ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਇਹ ਵਿਕਾਰ ਨੇ ਜਿਹੜੇ ਮਨੁੱਖ ਦੇ ਅਸਲ ਦੁਸ਼ਮਣ ਹੋਇਆ ਕਰਦੇ ਨੇ। ਜਿਵੇਂ ਸਰੀਰ ਦੇ ਅੰਦਰ ਸਤਿਗੁਰੂ ਪਾਤਸ਼ਾਹ ਕਹਿੰਦੇ ਸੋਨੇ ਨੂੰ ਜੇ ਕਿਤੇ ਸੁਹਾਗਾ ਪਾ ਦਿੱਤਾ ਜਾਵੇ ਨਾ, ਤੇ ਉਹ ਸੁਹਾਗਾ ਉਸ ਸੋਨੇ ਨੂੰ ਪੂਰੀ ਤਰੀਕੇ ਨਾਲ ਗਾਲ ਦਿੰਦਾ ਹੈ। ਸੁਹਾਗਾ ਬੋਰੈਕਸ ਪਾਊਡਰ ਨੂੰ ਕਿਹਾ ਜਾਂਦਾ ਹੈ। ਜੇ ਕਿਤੇ ਬੋਰੈਕਸ ਉਹ ਸੁਹਾਗਾ ਕਿਤੇ ਸੋਨੇ ਉੱਪਰ ਪਾਇਆ ਜਾਵੇ ਤੇ ਉਹ ਪੂਰੀ ਤਰੀਕੇ ਨਾਲ ਸੋਨੇ ਨੂੰ ਗਾਲ ਦਿੰਦਾ ਹੈ। ਇਸੇ ਤਰੀਕੇ ਨਾਲ ਜਿਉਂ ਕੰਚਨ ਸੁਹਾਗਾ ਢਲ ਹੈ, ਕਹਿੰਦੇ ਇਸੇ ਤਰੀਕੇ ਨਾਲ ਜਿਵੇਂ ਕੰਚਨ ਨੂੰ ਸੁਹਾਗਾ ਗਾਲਦਾ ਹੈ, ਕਾਮ ਤੇ ਕ੍ਰੋਧ ਜਿਹੜੇ ਨੇ, ਕਾਮ ਕ੍ਰੋਧ ਕਾਇਆ ਕਹੋ ਗੱਲ ਹੈ, ਕਾਮ ਤੇ ਕ੍ਰੋਧ ਜਿਹੜਾ ਹੈ ਇਸ ਕਾਇਆ ਨੂੰ ਗਾਲ ਦਿੰਦੇ ਨੇ। ਕਾਮ ਦੇ ਬਾਰੇ ਤੇ ਇੱਥੋਂ ਤੱਕ ਕਿਹਾ ਗਿਆ ਵੱਡਾ ਬਲਵਾਨ ਜਾਨਵਰ ਹਾਥੀ, ਉਹ ਵੀ ਇਸ ਵਿਕਾਰ ਦੇ ਕਰਕੇ ਇਹ ਆਪਣੇ ਆਪ ਨੂੰ ਕੈਦ ਦੇ ਵਿੱਚ ਪਵਾ ਦਿੰਦਾ ਹੈ। ਕ੍ਰੋਧ ਦੇ ਬਾਰੇ ਤੇ ਵਿਦਵਾਨ ਕਹਿੰਦੇ ਨੇ, ਉਹ ਕਹਿੰਦਾ ਮੈਂ ਅੱਖਾਂ ਵਾਲਿਆਂ ਨੂੰ ਅੰਨਾ ਕਰ ਦੇਣਾ ਹੈ। ਕ੍ਰੋਧ ਕਹਿੰਦਾ ਮੈਂ ਸੁਣਨ ਵਾਲਿਆਂ ਨੂੰ ਬੋਲਾ ਕਰ ਦੇਣਾ ਹੈ। ਤੇ ਜਿਹੜਾ ਕਿੰਨਾ ਸਿਆਣਾ ਤੇ ਅਕਲਮੰਦ ਹੋਵੇ ਉਹਦੀ ਮੱਤ ਜਿਹੜੀ ਹੈ ਹਰ ਲੈਣਾ ਹਾਂ, ਖਤਮ ਕਰ ਲੈਣਾ ਹਾਂ। ਅੰਧ ਕਰੋ ਦ੍ਰਿਗਵੰਤਨ ਕੋ ਸੁਰਤਵੰਤਨ ਕੋ ਬਦਰੋ ਕਰ ਡਾਰੋ, ਤ੍ਰਿਤਵੰਤਨ ਕੋ ਸੋ ਅਧੀਰ ਕਰੋ ਅਰ ਚਾਤਰ ਕੀ ਮਤ ਦੂਰ ਨਿਵਾਰੋ। ਇਹ ਸੋਚਣ ਸਮਝਣ ਦੀ ਤਾਕਤ ਕ੍ਰੋਧ ਖੋਹ ਲੈਂਦਾ ਹੈ, ਆਪਣੇ ਤੇ ਪਰਾਏ ਦੀ ਪਹਿਚਾਣ ਖਤਮ ਕਰ ਦਿੰਦਾ ਹੈ। ਇਸੇ ਤਰ੍ਹਾਂ ਜਿਹੜੇ ਵਿਕਾਰ ਨੇ ਜੀਵਨ ਦਾ ਨੁਕਸਾਨ ਕਰਦੇ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ, ਭਾਈ ਕਲਿਆਣ ਅਸਲ ਜੇ ਸੂਰਮਾ ਬਣਨਾ ਹੈ ਤੇ ਅਸਲ ਸੂਰਮਾ ਉਹ ਹੈ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਤੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਅਸਲ ਦੇ ਵਿੱਚ ਉਹਨਾਂ ਨੇ ਵੀ ਇਹਨਾਂ ਵਿਕਾਰਾਂ ਦਾ ਟਾਕਰਾ ਕਰਨ ਵਾਸਤੇ ਕੁਝ ਸ਼ਸਤਰ ਧਾਰਨ ਕੀਤੇ ਨੇ। ਜਿਵੇਂ ਜੰਗ ਤੇ ਮੈਦਾਨ ਵਿੱਚ ਜਾਣ ਵਾਲਾ ਆਪਣੇ ਤਨ ਦੇ ਉੱਪਰ ਲੋਹੇ ਦੇ ਕੱਪੜੇ ਪਾਉਂਦਾ ਹੈ, ਜਿਹਨੂੰ ਸੰਜੋਗ ਆਖਿਆ ਜਾਂਦਾ ਹੈ। ਤੇ ਜਿਹੜੇ ਆਤਮਿਕ ਜੀਵਨ ਦੇ ਅੰਦਰ ਵਿਕਾਰਾਂ ਨਾਲ ਟਾਕਰਾ ਕਰਨ ਵਾਲੇ ਸੰਤ ਜਨ, ਗੁਰਮੁਖ ਜਨ, ਰੱਬ ਦੇ ਪਿਆਰੇ ਹੁੰਦੇ ਨੇ ਨਾ, ਉਹ ਆਪਣੇ ਅੰਦਰ ਨਿਮਰਤਾ ਦੀ ਸਨਾਹ ਧਾਰਨ ਕਰਦੇ ਨੇ। ਨਿਮਰਤਾ ਦੇ ਰਾਹੀਂ ਇਹਨਾਂ ਵਿਕਾਰਾਂ ਦਾ ਮੁਕਾਬਲਾ ਕਰਦੇ ਆ, ਔਗਣਾਂ ਦਾ ਮੁਕਾਬਲਾ ਕਰਦੇ ਆ। ਫਿਰ ਉਹਨਾਂ ਦੇ ਹੱਥ ਦੇ ਵਿੱਚ ਜਿਵੇਂ ਜੰਗ ਦੇ ਮੈਦਾਨ 'ਚ ਕੋਈ ਸ਼ਸਤਰ ਲੈ ਕੇ ਜਾਂਦਾ ਹੈ, ਉਹਨਾਂ ਦੇ ਕੋਲ ਗੁਰੂ ਦੇ ਸ਼ਬਦ ਦੀ ਓਟ, ਗੁਰੂ ਦੇ ਸ਼ਬਦ ਦਾ ਆਸਰਾ ਅਸਲ ਦੇ ਵਿੱਚ ਹਥਿਆਰ ਬਣਾ ਕਰਕੇ ਵਰਤਦੇ ਹੈ। ਆਮ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਹੱਥ ਦੇ ਵਿੱਚ ਢਾਲ ਦੇ ਰਾਹੀਂ ਕਿਸੇ ਵਾਰ ਦਾ ਮੁਕਾਬਲਾ ਵੈਰੀ ਦਾ ਕੀਤਾ ਜਾਂਦਾ ਹੈ। ਫਿਰ ਆਤਮਿਕ ਗਿਆਨ ਦੇ ਅੰਦਰ ਕਹਿੰਦੇ ਗੁਰੂ ਸ਼ਬਦ ਦੀ ਓਟ ਤੇ ਆਸਰਾ ਲੈ ਕਰਕੇ ਇਸ ਨੂੰ ਢਾਲ ਬਣਾਇਆ ਜਾਂਦਾ ਹੈ। ਰੱਬੀ ਗੁਣ ਹਥਿਆਰ ਤੇ ਗੁਰੂ ਸ਼ਬਦ ਦਾ ਓਟ ਆਸਰਾ ਇਹਨੂੰ ਢਾਲ ਬਣਾਇਆ ਜਾਂਦਾ ਹੈ। ਜੰਗ ਦੇ ਮੈਦਾਨ 'ਚ ਲੋਕ ਹਾਥੀਆਂ ਤੇ ਘੋੜਿਆਂ ਤੇ ਸਵਾਰ ਹੁੰਦੇ ਨੇ, ਪਰ ਆਤਮਿਕ ਜੀਵਨ ਦੇ ਵਿੱਚ ਅਨੁਭਵ, ਪਰਮੇਸ਼ਰ ਦੇ ਮਾਰਗ ਦਾ ਅਨੁਭਵ ਤੇ ਗਿਆਨ, ਕਹਿੰਦੇ ਇਹ ਹਾਥੀ ਘੋੜਿਆਂ ਦੀ ਸਵਾਰੀ ਕਰਨੀ ਆ। ਕਹਿੰਦੇ ਜਿਹਨੇ ਇਹੋ ਜਿਹੇ ਸ਼ਸਤਰ ਨਿਮਰਤਾ ਆਪਣੇ ਅੰਦਰ ਧਾਰਨ ਕਰ ਲਈ, ਗੁਰੂ ਸ਼ਬਦ ਦਾ ਹਥਿਆਰ ਬਣਾ ਕੇ, ਗੁਰੂ ਸ਼ਬਦ ਦੀ ਓਟ ਲੈ ਕੇ ਇਹੋ ਜਿਹੀ ਢਾਲ ਬਣਾ ਕਰਕੇ ਆਤਮਿਕ ਜੀਵਨ ਦਾ ਅਨੁਭਵ ਗਿਆਨ ਹਾਸਲ ਕੀਤਾ, ਕਹਿੰਦੇ ਉਹ ਫਿਰ ਨਿਰਭੈ ਹੋ ਕਰਕੇ ਇਹਨਾਂ ਵਿਕਾਰਾਂ ਦੇ ਵਿੱਚ ਵਿਚਰਦਿਆਂ ਇਹਨਾਂ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਤੇ ਪੰਜੇ ਜਿਹੜੇ ਵਿਕਾਰ ਨੇ, ਕਹਿੰਦੇ ਸੱਚ ਜਾਣਿਓ ਅਸਲ ਵਿੱਚ ਸੂਰਮਾ ਉਹੀ ਹੈ ਜਿਹੜਾ ਇਹਨਾਂ ਪੰਜਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਲਵੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸੂਰਮੇ ਦੀ ਵਡਿਆਈ ਕਰਦਿਆਂ ਜਿਵੇਂ ਭਾਈ ਕਲਿਆਣੇ ਨੂੰ ਉਪਦੇਸ਼ ਕਰਦੇ ਹੈ, ਹੋਰ ਸਿੱਖਾਂ ਨੂੰ ਉਪਦੇਸ਼ ਕਰਦੇ ਆ। ਅਗਲਾ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਟਿਕਾਈਏ ਤੇ ਪਿਆਰ ਨਾਲ ਸਾਰੇ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ
ਮਨ ਜੀਤੇ ਸੋ ਸੂਰ ਕਹਾਵੈ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ, ਭਾਈ ਕਲਿਆਣ, ਜਿਹੜਾ ਮਨ ਨੂੰ ਜਿੱਤ ਲੈਂਦਾ ਹੈ ਨਾ, ਮਨ ਜੀਤੈ ਜਗਜੀਤ, ਉਹ ਅਸਲ ਦੇ ਵਿੱਚ ਸੂਰਮਾ ਅਖਵਾਉਂਦਾ ਹੈ। ਕੇਵਲ ਬਾਹਰ ਦੇ ਵੈਰੀ ਤੇ ਜਿੱਤ ਪ੍ਰਾਪਤ ਕਰਨ ਵਾਲਾ ਸੂਰਮਾ ਨਹੀਂ, ਬਾਹਰ ਦੀ ਵੱਡੇ ਵੱਡੇ ਜੰਗ ਜਿੱਤਣ ਵਾਲਾ ਕਈ ਵਾਰ ਮਨ ਹੱਥੋਂ ਹਾਰ ਜਾਂਦਾ, ਪਰ ਜਿਹੜਾ ਮਨ ਤੇ ਕਾਬੂ ਪਾ ਲਵੇ ਅਸਲ ਦੇ ਵਿੱਚ ਉਹੀ ਸੂਰਮਾ ਅਖਵਾਉਣ ਦੇ ਲਾਇਕ ਹੈ। ਪ੍ਰਭ ਦਰਗਾਹ ਮਾਨ ਬਹੁ ਪਾਵੈ। ਅਜਿਹਾ ਸੂਰਮਾ ਜਿਹਨੇ ਮਨ ਤੇ ਕਾਬੂ ਪਾ ਲਿਆ। ਹੁਣ ਮਨ ਕਈ ਵਾਰ ਬੰਦਾ ਤਨ ਤੇ ਕੰਟਰੋਲ ਕਰਨਾ ਚਾਹੁੰਦਾ ਹੈ, ਖਾਣ ਪੀਣ ਵਾਸਤੇ ਕਈ ਵਾਰ ਪਦਾਰਥ ਛਕਦਾ ਹੈ, ਢਿੱਡ ਭਰ ਜਾਂਦਾ ਹੈ, ਪਰ ਕਈ ਵਾਰ ਬੰਦੇ ਦਾ ਮਨ ਨਹੀਂ ਜੇ ਭਰਿਆ ਕਰਦਾ। ਕਈ ਵਾਰ ਢਿੱਡ ਭਰ ਜਾਏ ਪ੍ਰਸ਼ਾਦਾ ਛਕਦਿਆਂ ਹੋਇਆਂ, ਆਪਾਂ ਵਿਆਹਾਂ ਸ਼ਾਦੀਆਂ ਤੇ ਕਈ ਫੰਕਸ਼ਨਾਂ ਤੇ ਜਾਂਦੇ ਹਾਂ, ਉੱਥੇ ਪੇਟ ਫੁੱਲ ਭਰਨ ਦੇ ਬਾਵਜੂਦ ਵੀ ਕਈ ਵਾਰ ਮਨ ਨਹੀਂ ਭਰਦਾ, ਆਹ ਵੀ ਖਾ ਲਈਏ ਤੇ ਮੁੜ ਕੇ ਮਨ ਨਾ ਭਰਨ ਕਰਕੇ ਕਈ ਵਾਰ ਮਨੁੱਖ ਪਰੇਸ਼ਾਨ ਹੁੰਦਾ। ਪਰ ਜਿਹੜਾ ਮਨ ਨੂੰ ਸਮਝਾ ਲੈਂਦਾ ਹੈ ਉਹ ਕਈ ਪ੍ਰਕਾਰ ਦੇ ਰੋਗਾਂ ਤੇ ਪਰੇਸ਼ਾਨੀਆਂ ਤੋਂ ਬਚ ਜਾਂਦਾ ਹੈ। ਇਹ ਮਨ ਹੀ ਅਸਲ ਵਿੱਚ ਸਾਰੇ ਸਰੀਰ ਦਾ ਪ੍ਰੇਰਕ ਹੈ। ਅੱਖਾਂ ਉਹ ਵੇਖਦੀਆਂ ਨੇ ਜੋ ਮਨ ਕਹਿੰਦਾ ਹੈ, ਕੰਨ ਉਹ ਸੁਣਦੇ ਨੇ ਜੋ ਮਨ ਕਹਿੰਦਾ ਹੈ, ਜ਼ਬਾਨ ਉਹ ਬੋਲਦੀ ਹੈ ਜੋ ਮਨ ਕਹਿੰਦਾ ਹੈ। ਇਸੇ ਕਰਕੇ ਅਰਦਾਸ ਰਾਹੀਂ ਅਸੀਂ ਮਨ ਨੂੰ ਨੀਵਾਂ ਤੇ ਮੱਤ ਨੂੰ ਉੱਚੀ ਰੱਖਣ ਦਾ ਇਹ ਗੁਰੂ ਪਾਤਸ਼ਾਹ ਤੋਂ ਬਲ ਲੈਂਦੇ ਹਾਂ ਕਿ ਸਾਡਾ ਮਨ ਨੀਵਾਂ ਰਹਿ ਜੇ ਤੇ ਮੱਤ ਦਾ ਰਾਖਾ ਗੁਰੂ ਨੂੰ ਫਿਰ ਬਣਾਇਆ ਜਾਂਦਾ ਹੈ ਕਿ ਪਾਤਸ਼ਾਹ ਮੱਤ ਤੁਸੀਂ ਦਿਓ ਤੇ ਫਿਰ ਮੱਤ ਤੁਹਾਡੀ ਦੇ ਅਨੁਸਾਰ ਇਹ ਮਨ ਚੱਲੇ। ਮਨ ਦੇ ਪਿੱਛੇ ਨਹੀਂ ਤੁਰਨਾ, ਮਨ ਨੂੰ ਮੱਤ ਦੇ ਪਿੱਛੇ ਲਾਉਣਾ ਤੇ ਮੱਤ ਗੁਰੂ ਵਾਲੀ ਲੈ ਕਰਕੇ ਗੁਰੂ ਦੀ ਮੱਤ ਅਨੁਸਾਰ ਚੱਲਣ ਲਈ ਅਸੀਂ ਗੁਰੂ ਅੱਗੇ ਮੱਥਾ ਟੇਕਦੇ ਹਾਂ, ਸੀਸ ਝੁਕਾਉਂਦੇ ਹਾਂ। ਪਾਤਸ਼ਾਹ ਤੂੰ ਮੱਤ ਦੇ, ਅਕਲ ਦੇ, ਸਿਆਣਪ ਦੇ। ਗੁਰੂ ਕੋਲੋਂ ਮੱਤ ਲੈਂਦੇ ਹਾਂ, ਫਿਰ ਉਸ ਮੱਤ ਅਨੁਸਾਰ ਮਨ ਨੂੰ ਪ੍ਰੇਰਨਾ ਦਿੰਦੇ ਹਾਂ। ਇਹ ਬਾਰ-ਬਾਰ ਸਮਝਾਉਣਾ ਪੈਂਦਾ ਹੈ, ਬਾਰ-ਬਾਰ ਮਨ ਸਮਝਾਵਨ ਕਾਰਨੇ ਕਛੂਅਕ ਪੜੀਏ ਗਿਆਨ। ਇਹ ਤੇ ਜਨਮਾਂ ਜਨਮਾਂ ਦਾ ਇਹ ਮਨ ਜਿਹੜਾ ਵਿਗੜਿਆ ਹੋਇਆ, ਇਹ ਕਈ ਵਾਰ ਕਬੂ ਜੀੜਾ ਊਬ ਚੜ੍ਹਦਾ ਕਬੂ ਜਾਏ ਪਿਆਲੇ, ਕਈ ਵਾਰ ਤੇ ਇੱਕਦਮ ਸਾਧ ਬਣ ਜਾਂਦਾ ਹੈ, ਫਿਰ ਚੋਰ ਬਣ ਜਾਂਦਾ ਹੈ। ਇਸ ਨੂੰ ਅਸਲ ਦੇ ਵਿੱਚ ਮਨ ਨੂੰ ਸਾਧਨ ਕਰਨ ਵਾਸਤੇ ਇਹ ਸਾਰੀ ਸਤਸੰਗ, ਇਹ ਅਭਿਆਸ ਕੀਤੇ ਜਾਂਦੇ ਨੇ। ਗੁਰਧਾਮਾਂ ਦੇ ਆਪ ਜੀ ਦਰਸ਼ਨ ਕਰਦੇ ਹੋ, ਕੀਰਤਨ ਸਰਵਣ ਕਰਦੇ ਹੋ, ਕਥਾ ਸਰਵਣ ਕਰਦੇ ਹੋ, ਇਹ ਸਾਰੀ ਤਾਕਤ ਇੱਥੋਂ ਹੀ ਮਿਲਦੀ ਹੈ ਕਿ ਮਨ ਨੂੰ ਜਿੱਤਿਆ ਜਾ ਸਕੇ। ਤੇ ਕਹਿੰਦੇ ਜਿਹੜਾ ਮਨ ਨੂੰ ਜਿੱਤ ਕੇ ਸੂਰਮਾ ਬਣ ਜਾਂਦਾ ਹੈ ਉਹ ਰੱਬ ਦੀ ਦਰਗਾਹ ਦੇ ਵਿੱਚ ਬਹੁਤ ਇੱਜ਼ਤ ਤੇ ਮਾਣ ਪ੍ਰਾਪਤ ਕਰਦਾ ਹੈ। ਨਰ ਸੁਰ ਤਿਸ ਕੋ ਸੁਜਸ ਬਖਾਨੈ। ਕੀ ਦੇਵਤੇ ਕੀ ਮਨੁੱਖ ਸਾਰੇ ਅਜਿਹੇ ਮਨ ਨੂੰ ਵਿਕਾਰਾਂ ਤੋਂ ਜਿੱਤਣ ਵਾਲੇ, ਵਿਕਾਰਾਂ ਉੱਪਰ ਜਿੱਤ ਪ੍ਰਾਪਤ ਕਰਨ ਵਾਲੇ ਮਨੁੱਖ ਦੀ ਸਿਫਤ ਕਰਦੇ ਹਨ। ਸੁਖ ਅਬਨਾਸ਼ੀ ਮਿਲਹਿ ਮਹਾਨੈ। ਅਸਲ ਵਿੱਚ ਸੁੱਖ ਪਦਾਰਥਾਂ ਦੀ ਪ੍ਰਾਪਤੀ ਵਿੱਚੋਂ ਨਹੀਂ ਹੈ, ਮਨ ਨੂੰ ਜਿੱਤਣ ਦੇ ਵਿੱਚ ਸੁੱਖ ਹੈ। ਕਈ ਵਾਰ ਦੁਨੀਆ ਭਰ ਦੇ ਪਦਾਰਥ ਕੋਲ ਹੋ ਕੇ ਵੀ ਬੰਦਾ ਦੁਖੀ ਹੈ, ਪਰ ਦੂਸਰੇ ਪਾਸੇ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਵੀ ਬੜੇ ਆਨੰਦ ਵਿੱਚ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਵੀ ਬਚਨ ਪੜ੍ਹਦੇ ਹਾਂ, ਬਸਤਾ ਤੂਤੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਕਈ ਵਾਰ ਉਹ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਵੀ ਰਾਜਾ ਹੈ। ਬਿਨਾਂ ਸੰਤੋਖ ਨਹੀਂ ਕੋਊ ਰਾਜਾ ਹੈ, ਸੰਤੋਖ ਤੋਂ ਬਗੈਰ ਕੋਈ ਰੱਜਦਾ ਨਹੀਂ। ਤੇ ਦੂਸਰੇ ਪਾਸੇ ਦੁਨੀਆ ਭਰ ਦੇ ਪਦਾਰਥ ਕੋਲ ਹੋਣ ਦੇ ਬਾਵਜੂਦ ਵੀ ਕਈਆਂ ਦੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਇਹੋ ਜਿਹੀ ਹੈ ਕਿ ਜਿਸ ਤਰੀਕੇ ਨਾਲ ਸਹਿਸ ਖਟੇ ਲੱਖ ਕਉ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ। ਕਹਿੰਦੇ ਉਹ 1000 ਕਮਾਉਂਦਾ ਲੱਖਾਂ ਪਿੱਛੇ ਦੌੜਦਾ ਹੈ, ਲੱਖ ਕਮਾਉਂਦਾ ਕਰੋੜਾਂ ਪਿੱਛੇ ਦੌੜਦਾ ਹੈ। ਉਹਦੀ ਦੌੜ ਭੱਜ ਇੱਦਾਂ ਦੀ ਹੈ ਜਿਵੇਂ ਅੱਗ ਨੂੰ ਬੁਝਾਉਣ ਵਾਸਤੇ ਲੱਕੜਾਂ ਪਾ ਕੇ, ਹੋਰ ਕੋਈ ਸੋਚੇ ਕਿ ਲੱਕੜਾਂ ਨਾਲ ਅੱਗ ਬੁਝ ਜੇਗੀ ਤੇ ਲੱਕੜਾਂ ਹੋਰ ਪਾਇਆ, ਅੱਗ ਹੋਰ ਜਿਹੜੀ ਪ੍ਰਚੰਡ ਹੁੰਦੀ ਹੈ ਉਹਦੇ ਵਿੱਚ ਤੇ ਫਿਰ ਜਲ ਪਾਇਆ। ਨਾਮ ਰੂਪੀ ਜਲ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਵਾਸਤੇ ਸਹਾਇਕ ਹੈ। ਇਸ ਕਰਕੇ ਜੇ ਸਦੀਵੀ ਸੁੱਖ ਚਾਹੁੰਦੇ ਆ ਤੇ ਇਸ ਮਨ ਨੂੰ ਕਾਬੂ ਕਰੀਏ, ਤੇ ਮਨ ਨੂੰ ਕਾਬੂ ਕਰਨ ਵਾਸਤੇ ਕੇਵਲ ਗੁਰੂ ਕਾ ਸ਼ਬਦ ਹੀ ਸਹਾਇਕ ਹੈ। ਹਾਥ ਜੋਰ ਤਬ ਕਹਿ ਕਲਿਆਣਾ। ਜਦੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਸਦੀਵੀ ਸੁੱਖ ਚਾਹੁੰਦਾ ਹੈ ਤੇ ਮਨ ਨੂੰ ਜਿੱਤ, ਤੇ ਹੱਥ ਜੋੜ ਕੇ ਫਿਰ ਭਾਈ ਕਲਿਆਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ, ਕਿਰਪਾ ਆਪ ਕੀ ਜਿਸ ਪਰ ਜਾਨਾ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜਿਹਦੇ ਤੇ ਤੁਸੀਂ ਆਪ ਕਿਰਪਾ ਕਰ ਦਿਓ ਨਾ, ਬਖਸ਼ਿਸ਼ ਕਰ ਦਿਓ। ਸੱਚ ਜਾਣਿਓ ਬੰਦੇ ਦੇ ਅੰਦਰ ਸਮਰੱਥਾ ਨਹੀਂ ਕਿ ਇਹ ਮਨ ਨੂੰ ਜਿੱਤ ਸਕੇ।
ਪਰ ਪਾਤਸ਼ਾਹ ਜੇ ਤੁਸੀਂ ਕਿਰਪਾ ਕਰ ਦਿਓ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਜਦੋਂ ਪੂਰਾ ਗੁਰੂ ਮਿਲ ਕੇ ਕਿਰਪਾ ਕਰ ਦਿੰਦਾ, ਉਹੀ ਮਨ ਨੂੰ ਜਿੱਤ ਸਕਦਾ ਹੈ। ਸੋ ਅਸ ਜੋਦਾ ਮਨ ਕੋ ਗਹਿ, ਤੁਹਾਡੀ ਕਿਰਪਾ ਜਿਹਦੇ ਤੇ ਹੋ ਜਾਂਦੀ ਹੈ ਸਤਿਗੁਰੂ ਜੀ, ਉਹੀ ਸੂਰਮਾ ਬਣ ਕੇ ਇਸ ਮਨ ਨੂੰ ਜਿੱਤਣ ਵਿੱਚ ਕਾਮਯਾਬ ਹੁੰਦਾ ਹੈ। ਚਰਨ ਕਮਲ ਸੋ ਲਪਟਿਓ ਰਹੈ, ਤੇ ਉਸੇ ਦਾ ਮਨ ਸਦਾ ਵਾਸਤੇ ਤੁਹਾਡੇ ਪ੍ਰੇਮ ਰੰਗ ਵਿੱਚ, ਤੁਹਾਡੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ। ਕਹਿਓ ਗੁਰੂ ਸਿਮਰੋ ਸਤਨਾਮ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਫਿਰ ਜੇ ਸਦਾ ਮਨ ਨੂੰ ਕਾਬੂ ਵਿੱਚ ਰੱਖਣਾ ਹੈ, ਇਹਨੂੰ ਵਿਹਲਾ ਨਾ ਰਹਿਣ ਦਿਓ, ਇਹਨੂੰ ਖਾਲੀ ਨਾ ਰਹਿਣ ਦਿਓ। ਹਮੇਸ਼ਾ ਹੀ ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇਹਨੂੰ ਇੱਕ ਖਿਣ ਵਾਸਤੇ ਵਿਹਲਾ ਨਹੀਂ ਰਹਿਣ ਦੇਣਾ। ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ, ਹਰੇ ਹਰ ਗਾਈਏ ਹਰ ਵੇਲੇ ਸਤਨਾਮ ਦਾ ਸਿਮਰਨ ਕਰਿਆ ਕਰ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਮਨ ਨੂੰ ਕਾਬੂ ਕਰਨਾ ਤੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਕਰੋ। ਸੁਬਟ ਬਨੇ ਤੈਸੋ ਅਬਰਾਮ, ਇਸ ਤਰੀਕੇ ਨਾਲ ਮਨ ਜਿੱਤਣ ਵਾਲੇ ਸੂਰਮੇ, ਸੋਹਣੇ ਸੂਰਮੇ, ਮਹਾਨ ਸੂਰਮੇ ਹੋ ਸਕਦੇ ਹੋ। ਸੁਨ ਕਰ ਗੁਰ ਸੇਵਾ ਕਹੋ ਲਾਗਿਓ, ਇਸ ਤਰ੍ਹਾਂ ਸਤਿਗੁਰਾਂ ਦੇ ਬਚਨ ਸੁਣ ਕੇ ਕਿ ਅਸਲ ਸੂਰਮਾ ਕਿਵੇਂ ਬਣਨਾ ਹੈ, ਭਾਈ ਕਲਿਆਣਾ ਫਿਰ ਸਤਿਗੁਰੂ ਦੀ ਸੇਵਾ ਕਰਨ ਲੱਗ ਪਿਆ। ਸਤ ਸੰਗਤ ਮਿਲਬੇ ਅਨੁਰਾਗਿਓ, ਇੱਕ ਤੇ ਸੇਵਾ ਕਰਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ, ਦੂਸਰਾ ਗੁਰੂ ਕੀ ਸੰਗਤ, ਸਤ ਸੰਗਤ। ਸੇਵਾ ਤੇ ਸਿਮਰਨ ਇਹ ਦੋ ਕਾਰਜ ਕਰਦਾ ਹੈ। ਸੰਗਤ 'ਚ ਸੇਵਾ ਵੀ ਕਰਨੀ ਹੈ ਤੇ ਨਾਲ ਨਾਲ ਸਿਮਰਨ ਵੀ ਕਰਨਾ ਹੈ। ਸਤ ਸੰਗਤ ਵੀ ਸਿੱਖ ਨੇ ਕਰਨੀ ਹੈ ਤਾਂ ਕਿ ਸੇਵਾ ਕਰਦਿਆਂ ਕਿਤੇ ਮਨ 'ਚ ਹੰਕਾਰ ਨਾ ਆ ਜੇ। ਜੇ ਕੋਈ ਸੇਵਾ ਕਰਦਿਆਂ ਹੰਕਾਰ ਆਉਂਦਾ ਹੈ, ਸਤਸੰਗ ਕਰਕੇ, ਸ਼ਬਦ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ ਮਨ ਨੀਵਾਂ ਹੋ ਜੇ, ਸਮਝ ਆ ਜੇ ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਪਾਤਸ਼ਾਹ। ਇਹ ਸੇਵਾ ਵੀ ਜੇ ਕੋਈ ਕਰਦਾ ਹੈ, ਤੂੰ ਹੀ ਕਿਰਪਾ ਕਰਦਾ ਹੈ ਤੇ ਸੇਵਾ ਹੁੰਦੀ ਹੈ। ਇਸ ਕਰਕੇ ਭਾਈ ਕਲਿਆਣ ਸੇਵਾ ਵੀ ਕਰਦਾ ਹੈ ਤੇ ਨਾਲ ਸਾਧ ਸੰਗਤ, ਸਤ ਸੰਗਤ ਦੇ ਵਿੱਚ ਉਹਦਾ ਮਨ ਪ੍ਰੇਮ ਨਾਲ ਜੁੜ ਗਿਆ। ਭਾਨੂ ਭਗਤ ਗੁਰੂ ਸਿੱਖ ਭਾਰਾ, ਇਸ ਤਰ੍ਹਾਂ ਭਾਈ ਕਲਿਆਣ ਨੂੰ ਸਤਿਗੁਰਾਂ ਨੇ ਜੀਵਨ ਕਲਿਆਣ ਦਾ ਰਾਹ ਸਮਝਾਇਆ। ਇੱਥੇ ਹੀ ਸਤਿਗੁਰ ਪਾਤਸ਼ਾਹ ਦੇ ਕੋਲ ਇੱਕ ਭਾਈ ਭਾਨੂ ਭਗਤ, ਬਹੁਤ ਮਹਾਨ ਗੁਰੂ ਕਾ ਪਿਆਰ ਵਾਲਾ ਸਿੱਖ, ਉਹ ਵੀ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਿਆਰ ਵਾਲਾ ਸਿੱਖ ਜਿਹੜਾ ਬੜੀ ਭਾਵਨਾ ਨਾਲ ਸੇਵਾ ਕਰਦਾ ਹੈ। ਕਰੇ ਸ਼ਬਦ ਕੋ ਸਦਾ ਵਿਚਾਰਾ, ਉਹ ਖਾਸ ਤੌਰ ਤੇ ਗੁਰੂ ਕੇ ਸ਼ਬਦ ਦੀ ਹਮੇਸ਼ਾ ਵਿਚਾਰ ਕਰਿਆ ਕਰਦਾ। ਬੜੇ ਸੋਹਣੇ ਢੰਗ ਦੇ ਨਾਲ ਸ਼ਬਦ ਨੂੰ ਵਿਚਾਰਦਾ ਰਹਿੰਦਾ ਹੈ, ਬਾਣੀ ਪੜ੍ਹਦਾ ਹੈ ਤੇ ਨਾਲ ਬਾਣੀ ਦੀ ਵਿਚਾਰ ਵੀ ਕਰਦਾ ਹੈ। ਜੋ ਵਿੱਚ ਅਰਥ ਸੋ ਆਪ ਕਮਾਵੇ, ਪਹਿਲਾਂ ਉਹਨਾਂ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਰਥ ਵਿਚਾਰ ਕੇ ਆਪਣੇ ਜੀਵਨ ਵਿੱਚ ਕਮਾਉਂਦਾ ਹੈ। ਜੋ ਜੋ ਗੁਰੂ ਸਾਹਿਬ ਕਹਿੰਦੇ ਹੈ ਪਹਿਲਾਂ ਆਪਣੇ ਜੀਵਨ ਤੇ ਲਾਗੂ ਕਰਦਾ ਹੈ, ਆਪ ਉਹਨਾਂ ਬਚਨਾਂ ਨੂੰ ਪਹਿਲਾਂ ਉਹ ਕਮਾਉਂਦਾ ਹੈ। ਪੁਨ ਅਪਰਨ ਉਪਦੇਸ਼ ਸੁਣਾਵੇ, ਆਪਣੇ ਜੀਵਨ ਤੇ ਲਾਗੂ ਕਰਕੇ ਫਿਰ ਦੂਸਰਿਆਂ ਨੂੰ ਉਪਦੇਸ਼ ਕਰਦਾ ਹੈ। ਜੇ ਆਪ ਅੰਮ੍ਰਿਤ ਵੇਲੇ ਉੱਠਦਾ ਹੈ ਤਾਂ ਹੀ ਦੂਸਰਿਆਂ ਨੂੰ ਕਹਿੰਦਾ ਭਾਈ ਅੰਮ੍ਰਿਤ ਵੇਲੇ ਉੱਠੋ। ਆਪ ਕਾਮ ਕ੍ਰੋਧ ਤੋਂ ਬਚਿਆ ਹੈ ਤਾਂ ਦੂਸਰਿਆਂ ਨੂੰ ਵੀ ਕਹਿੰਦਾ ਹੈ ਕਾਮ ਕ੍ਰੋਧ ਤੋਂ ਬਚੇ। ਇਹ ਗੁਰੂ ਘਰ ਦੀ ਸਿਫਤ ਹੈ। ਨਹੀਂ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਰਹਿਤ ਅਵਰ ਕਛ ਅਵਰ ਕਮਾਵਤ ਮਾਨਨੀ ਪ੍ਰੀਤ, ਮੁਖੋ ਗੰਡਲਾਵਤ ਵਾਲੀ ਖੇਡ ਨਾ ਹੋ ਜਾਏ ਕਿ ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਇਸ ਕਬੀਰ ਰਾਸ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰਹਿ ਰੇਤ, ਰਾਸ ਬਿਰਾਨੀ ਰਾਖਤੇ ਖਾਇਆ ਘਰ ਕਾ ਖੇਤ। ਇਹ ਭਾਈ ਭਾਨੂ ਭਗਤ ਪਹਿਲਾਂ ਆਪਣੇ ਜੀਵਨ ਵਿੱਚ ਕਮਾਈ ਕਰਦਾ ਹੈ ਬਚਨਾਂ ਦੀ, ਫਿਰ ਦੂਸਰਿਆਂ ਨੂੰ ਉਪਦੇਸ਼ ਕਰਕੇ ਸੁਣਾਉਂਦਾ ਹੈ। ਤਿਸ ਕੀ ਰਸਨਾ ਤੇ ਜੋ ਸੁਨੈ, ਐਸੀ ਬਖਸ਼ਿਸ਼ ਉਹਦੇ ਮੁਖ ਚੋਂ ਕੋਈ ਵੀ ਗੁਰੂ ਕਾ ਬਚਨ ਪਿਆਰ ਨਾਲ ਜੋ ਸੁਣ ਲੈਂਦਾ ਹੈ, ਭਾਉ ਭਗਤ ਉਪਜੈ ਮਨ ਗੁਨੈ। ਗੁਰੂ ਕੇ ਸ਼ਬਦ ਸੁਣ ਕੇ, ਬਾਣੀ ਸੁਣ ਕੇ ਜਿਹੜਾ ਕੰਨਾਂ ਨਾਲੇ ਬਚਨ ਸੁਣ ਲੈ, ਉਹਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਜਿਹੜੀ ਹੈ ਪੈਦਾ ਹੋ ਜਾਂਦੀ ਹੈ। ਉਹਦੇ ਅੰਦਰ ਜਿਹੜਾ ਕੰਨਾਂ ਨਾਲੇ ਬਚਨ ਸੁਣਦਾ ਹੈ ਨਾ, ਉਹਦੇ ਮਨ ਵਿੱਚ ਵੀ ਪ੍ਰੇਮ ਜਾਗ ਉੱਠਦਾ ਹੈ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ। ਵੇਖੋ ਗੁਰੂ ਕੀ ਗੋਦ ਵਿੱਚ ਬੈਠੇ ਆ, ਕਿਸੇ ਦੇ ਰੰਗ ਨੀਲਾ ਪਹਿਨਿਆ ਹੈ, ਲਾਲ ਪਹਿਨਿਆ ਹੈ, ਕਿਸੇ ਨੇ ਕਾਲਾ ਪਹਿਨਿਆ। ਜੇ ਅੱਖਾਂ ਹੋਣਗੀਆਂ ਤੇ ਪਤਾ ਲੱਗੇਗਾ ਕਿ ਇਹ ਨੀਲਾ ਹੈ, ਕਾਲਾ ਹੈ ਕਿ ਲਾਲ ਹੈ। ਇਸੇ ਤਰੀਕੇ ਦੇ ਨਾਲ ਖੱਟਾ ਹੈ, ਮਿੱਠਾ ਹੈ,
ਇਹ ਜ਼ਬਾਨ ਤੋਂ ਸਵਾਦ ਪਤਾ ਲੱਗਦਾ, ਸੁਗੰਧੀ ਹੈ, ਦੁਰਗੰਧੀ ਨੱਕ ਤੋਂ ਪਤਾ ਲੱਗਦਾ ਹੈ। ਇਸੇ ਤਰੀਕੇ ਦੇ ਨਾਲ ਪ੍ਰੇਮ ਦਾ ਜਿਹੜਾ ਰਸ ਹੈ ਇਹ ਸ਼ਬਦ ਦੇ ਰਾਹੀਂ ਚੱਖਿਆ ਜਾਂਦਾ ਹੈ। ਜਦੋਂ ਕੋਈ ਕੰਨਾਂ ਨਾਲ ਪਿਆਰ ਨਾਲ ਸ਼ਬਦ ਸੁਣਦਾ ਹੈ ਉਹਦੇ ਹਿਰਦੇ ਅੰਦਰ ਪ੍ਰੇਮ ਪੈਦਾ ਹੁੰਦਾ। ਇਹ ਪ੍ਰੇਮ ਦੇ ਭਿੱਜੇ ਹੋਏ ਬੋਲ ਜਦੋਂ ਭਾਈ ਭਾਨੂ ਭਗਤ ਸੁਣਾਉਂਦਾ ਹੈ ਤੇ ਸੁਣਨ ਵਾਲੇ ਦੇ ਅੰਦਰ ਵੀ ਪ੍ਰੇਮਾ ਭਗਤੀ ਪੈਦਾ ਹੋ ਜਾਂਦੀ ਹੈ। ਸ਼੍ਰੀ ਅਰਜਨ ਢਿਗ ਕਿਨਹੁ ਬਖਾਨਾ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਕੋਲ ਕਿਸੇ ਸਿੱਖ ਨੇ ਆ ਕੇ ਇਹ ਬੇਨਤੀ ਕੀਤੀ, ਗਰੀਬ ਨਿਵਾਜ, ਪੁਰ ਮੋਹਿ ਜੰਗ ਬਸੇ ਅਨਜਾਨਾ। ਕਿ ਸਤਿਗੁਰ ਪਾਤਸ਼ਾਹ ਮਹਾਰਾਜ ਜਿਹੜਾ ਲਾਹੌਰ ਦੇ ਵਿੱਚ ਇੱਕ ਮੁਜੰਗ ਨਾਂ ਦਾ ਸਥਾਨ ਹੈ, ਪਹਿਲਾਂ ਇਹ ਪਿੰਡ ਹੋਇਆ ਕਰਦਾ ਸੀ ਮੁਜੰਗ, ਇਹ ਰੇਲਵੇ ਸਟੇਸ਼ਨ ਦੇ ਨੇੜੇ, ਪਰ ਬਾਅਦ ਵਿੱਚ ਜਿਵੇਂ ਸ਼ਹਿਰਾਂ ਦਾ ਵਿਸਤਾਰ ਹੁੰਦਾ ਹੈ ਇਹ ਫੇਰ ਸ਼ਹਿਰ ਦੇ ਵਿੱਚ ਹੀ ਆ ਗਿਆ ਕਿ ਲਾਹੌਰ ਦੇ ਨੇੜੇ ਜਿਹੜਾ ਮੁਜੰਗ ਨਾਂ ਦਾ ਇਹ ਪਿੰਡ ਅਸਥਾਨ ਹੈ, ਉੱਥੇ ਬਹੁਤ ਸਾਰੇ ਅਣਜਾਣ ਲੋਕ ਵੀ ਸਤਿਗੁਰੂ ਜੀ ਵਸਦੇ ਹਨ। ਮਹਾਂ ਦੁਸ਼ਟ ਗੁਰ ਨਿੰਦਾ ਕਰ। ਤੇ ਉਹ ਮੁਜੰਗ ਪਿੰਡ ਦੇ ਜਿਹੜੇ ਲੋਕ ਨੇ ਨਾ ਉਹਨਾਂ ਨੂੰ ਸਮਝ ਕੋਈ ਨਹੀਂ ਜੀਵਨ ਦੀ, ਗੁਰੂ ਨਾਨਕ ਦੇ ਘਰ ਦੀ ਵਡਿਆਈ ਦਾ ਨਹੀਂ ਪਤਾ ਹੈ। ਤੇ ਗਰੀਬ ਨਵਾਜ ਉਹ ਦੁਸ਼ਟ ਲੋਕ ਜਿਹੜੇ ਨੇ ਦਿਨ ਰਾਤ ਗੁਰੂ ਘਰ ਦੀ ਨਿੰਦਿਆ ਕਰਦੇ ਰਹਿੰਦੇ ਹਨ। ਸਿੱਖਨ ਗਨ ਕੋ ਤਰਕਨ ਧਰੈ। ਨਿੰਦਿਆ ਇਹਦਾ ਅਸਲ ਰੂਪ ਇਹ ਹੋਇਆ ਕਰਦਾ ਹੈ ਜਿਵੇਂ ਕਈ ਫੁੱਲ ਖਿੜਿਆ ਹੋਵੇ, ਅਸੀਂ ਕਹੀਏ ਨਹੀਂ ਫੁੱਲ ਨਹੀਂ ਹੈ ਇਹ ਕੰਡਾ ਹੈ, ਫੁੱਲ ਨੂੰ ਕੰਡਾ ਕਹਿਣਾ ਫੁੱਲ ਦੀ ਨਿੰਦਿਆ ਹੈ। ਕੰਡੇ ਨੂੰ ਅਗਰ ਮੈਂ ਕੰਡਾ ਕਵਾਂ ਇਹ ਕੰਡੇ ਦੀ ਨਿੰਦਿਆ ਨਹੀਂ, ਇਹ ਸੱਚ ਹੋਏਗਾ। ਹਾਂ, ਕੰਡੇ ਨੂੰ ਅਗਰ ਮੈਂ ਫੁੱਲ ਕਰਕੇ ਬਿਆਨ ਕਰਾਂ ਇਹ ਖੁਸ਼ਾਮਦ ਹੋਏਗੀ। ਖੁਸ਼ਾਮਦ ਤੇ ਨਿੰਦਿਆ ਇਹ ਦੋਨੋਂ ਚੀਜ਼ਾਂ, ਉਸਤਤ ਨਿੰਦਾ ਦਾ ਗੁਰਸਿੱਖ ਨੇ ਤਿਆਗ ਕਰਨਾ ਹੈ। ਨਿੰਦਿਆ ਕਿਸੇ ਦੇ ਗੁਣ ਔਗਣ ਬਣਾ ਕੇ ਪੇਸ਼ ਕਰ ਦੇਣੇ, ਸਾਧ ਨੂੰ ਚੋਰ ਬਣਾ ਕਰਕੇ ਪੇਸ਼ ਕਰ ਦੇਣਾ। ਗੁਰੂ ਨਾਨਕ ਦਾ ਘਰ ਤੇ ਸਭ ਦਾ ਭਲਾ ਕਰਦਾ ਹੈ, ਪਰਉਪਕਾਰੀ ਜੀਵਨ ਹੈ, ਤੇ ਇਸ ਘਰ ਦੇ ਖਿਲਾਫ ਕੋਈ ਆਪਣੇ ਕੋਲੋਂ ਮਾੜੇ ਪੱਖ ਪੇਸ਼ ਕਰਦਾ, ਇਹਦਾ ਮਤਲਬ ਉਹ ਨਿੰਦਿਆ ਕਰ ਰਿਹਾ ਹੈ। ਇਸ ਤਰ੍ਹਾਂ ਦੀ ਨਿੰਦਿਆ ਕਰਨ ਵਾਲੇ ਜਿਨ੍ਹਾਂ ਬਾਰੇ ਸਿੱਖ ਨੇ ਆ ਕੇ ਸਤਿਗੁਰਾਂ ਨੂੰ ਦੱਸਿਆ ਕਿ ਉਹ ਸਿੱਖਾਂ ਦੇ ਨਾਲ ਤਰਕ ਕਰਦੇ ਨੇ, ਕਈ ਪ੍ਰਕਾਰ ਦੀਆਂ ਹੁਜਤਾਂ ਕਰਦੇ ਨੇ ਸਿੱਖਾਂ ਦੇ ਖਿਲਾਫ, ਸਿੱਖੀ ਮਰਿਆਦਾ ਦੇ ਖਿਲਾਫ। ਸ਼੍ਰੀ ਮੁਖ ਤੇ ਭਾਨੂ ਸੰਗ ਭਾਖਾ। ਤੇ ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ ਭਾਈ, ਉਹਨਾਂ ਨੂੰ ਨਹੀਂ ਸਮਝ ਹੈ। ਤੇ ਭਾਈ ਭਾਨੂ ਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗੇ, ਭਾਈ ਭਾਨੂ ਜੀ, ਮੋਹ ਜੰਗੀ ਗਮਨੋ ਧਰ ਕਾਂਖਾ। ਕਿ ਤੁਸੀਂ ਇਸ ਤਰ੍ਹਾਂ ਕਰੋ, ਮੁਜੰਗ ਨਗਰ ਦੇ ਵਿੱਚ ਜਾਣਾ ਕਰੋ ਤੇ ਉਸ ਥਾਂ ਤੇ ਪਹੁੰਚ ਕਰਕੇ ਇਹ ਪ੍ਰੇਮ ਦੇ ਸਹਿਤ ਇਹ ਸਾਡਾ ਕਾਰਜ ਕਰਨਾ ਹੈ। ਨਰ ਗਨ ਕੋ ਗੁਰਮਤਿ ਸਿਖਰਾਵੋ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਉਹ ਮੁਜੰਗ ਨਗਰ ਦੇ ਲੋਕਾਂ ਨੂੰ ਸਿੱਖੀ ਦਾ ਨਹੀਂ ਪਤਾ, ਤੁਸੀਂ ਮੁਜੰਗ ਨਗਰ ਵਿੱਚ ਜਾ ਕੇ ਉੱਥੇ ਗੁਰਮਤਿ ਦੀ ਵਡਿਆਈ ਪ੍ਰਗਟ ਕਰਨਾ ਕਰੋ, ਦੱਸਣਾ ਕਰੋ ਗੁਰਮਤਿ ਕੀ ਹੈ, ਗੁਰਮਤਿ ਦੀ ਮਰਿਆਦਾ ਕੀ ਹੈ, ਇਹ ਉੱਥੇ ਜਾ ਕੇ ਸਿੱਖਿਆ ਦ੍ਰਿੜ ਕਰਾਵੋ। ਨਰਕ ਪਰਨ ਤੇ ਜਾਏ ਬਚਾਵੋ। ਤੇ ਉੱਥੋਂ ਦੇ ਅਣਜਾਣ ਲੋਕ ਜਿਹੜੇ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕਰਦੇ ਨੇ ਉਹਨਾਂ ਨੂੰ ਨਰਕਾਂ ਵਿੱਚ ਪੈਣ ਤੋਂ ਫਿਰ ਬਚਾਉਣਾ ਕਰੋ, ਕਿਉਂਕਿ ਨਿੰਦਿਆ ਕਰਨ ਵਾਲਾ ਕਿਸੇ ਦਾ ਨਹੀਂ, ਆਪਣਾ ਹੀ ਨੁਕਸਾਨ ਕਰਦਾ ਹੈ। ਨਿੰਦਾ ਭਲੀ ਕਿਸੇ ਕੀ ਨਹੀਂ, ਕਿਸੇ ਦੀ ਵੀ ਨਿੰਦਿਆ ਕਰਨੀ ਭਲੀ ਨਹੀਂ। ਜਿਹੜਾ ਨਿੰਦਿਆ ਕਰਦਾ ਹੈ ਉਹ ਆਪਣਾ ਆਪ ਹੀ ਅਸਲ ਦੇ ਵਿੱਚ ਆਪਣੀ ਜੜ ਆਪ ਪੁੱਟ ਲੈਂਦਾ ਹੈ। ਭਗਤ ਕਬੀਰ ਜੀ ਤੇ ਕਹਿੰਦੇ ਸਾਡੇ ਤੇ ਮਾਤਾ ਪਿਤਾ ਤੋਂ ਵੀ ਮੈਂ ਉਹਨਾਂ ਦਾ ਜ਼ਿਆਦਾ ਸਤਿਕਾਰ ਕਰਦਾ ਕਿ ਮਾਂ ਪਿਓ ਤੇ ਹੱਥ ਨਾਲ ਕੱਪੜੇ ਸਾਫ਼ ਕਰਦੇ ਆ, ਪਰ ਨਿੰਦਾ ਕਰਨ ਵਾਲਾ ਆਪਣੀ ਜ਼ਬਾਨ ਦੇ ਨਾਲ ਕਿਸੇ ਦੇ ਔਗਣ ਲਾ ਲਾ ਕੇ ਔਗਣਾਂ ਦੀ ਮੈਲ ਸਾਫ਼ ਕਰਦਾ ਹੈ। ਇਸ ਕਰਕੇ ਨਿੰਦਕ ਦਾ ਭਗਤਾਂ ਨੇ ਸਤਿਕਾਰ ਕੀਤਾ ਕਿ ਕਰੀ ਜਾਓ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ, ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ। ਕਹਿ ਕੇ ਕਹਿਣ ਲੱਗੇ ਉਹ ਤੇ ਮਾਂ ਬਾਪ ਨਾਲੋਂ ਵੀ ਵੱਧ ਅਸੀਂ ਸਤਿਕਾਰ, ਉਹ ਤੇ ਹੱਥ ਨਾਲ ਕੱਪੜੇ ਸਾਫ਼ ਕਰਦੇ, ਜ਼ਬਾਨ ਨਾਲ ਸਾਡੇ ਔਗਣਾਂ ਦੀ ਮੈਲ ਲਾਉਂਦਾ ਹੈ। ਇਹ ਭਾਈ ਭਾਨੂ ਜੀ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਸਮਝਾਉਣਾ ਕਰੋ ਸਿੱਖੀ ਦੀ ਵਡਿਆਈ, ਗੁਰਮਤਿ ਦੱਸੋ ਤਾਂ ਕਿ ਉਹ ਨਰਕ ਵਿੱਚ ਪੈਣ ਤੋਂ ਬਚ ਜਾਣ। ਸੁਨ ਆਗਿਆ ਗੁਰ ਕੀ ਤਬ ਗਇਓ। ਸਤਿਗੁਰਾਂ ਦੀ ਆਗਿਆ ਮੰਨ ਕੇ ਭਾਈ ਭਾਨੂ ਜੀ ਮੁਜੰਗ ਨਗਰ ਦੇ ਵਿੱਚ ਲਾਹੌਰ ਦੇ ਨੇੜੇ ਉਸ ਇਲਾਕੇ ਵਿੱਚ ਚਲੇ ਗਏ। ਸ਼ਬਦ ਵਿਚਾਰ ਸੁਨਾਵਤ ਭਇਓ। ਜਿੱਥੇ ਪਿਆਰ ਨਾਲ ਸ਼ਬਦ ਨੂੰ ਵਿਚਾਰਦੇ ਨੇ, ਸੰਗਤਾਂ ਨੂੰ ਉਹ ਸ਼ਬਦ ਦੀ ਵਿਚਾਰ ਕਰਕੇ ਰੋਜ਼ ਸੁਣਾਉਂਦੇ ਹਨ। ਕ੍ਰਿਸ਼ਨਾ ਸੇਠੀ ਹੁਤੋ ਸੰਗੀਣਾ। ਇਸ ਥਾਂ ਤੇ ਭਾਈ ਕ੍ਰਿਸ਼ਨਾ ਸੇਠੀ ਸੰਗੀਣਾ ਆਦਿਕ ਭਾਵ ਇਹ ਸਿੱਖ ਜਿਹੜੇ ਕ੍ਰਿਸ਼ਨਾ ਤੇ ਸੇਠ ਸੰਗੀਣਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਉਹ ਜਿਹੜੇ ਸੇਠੀ ਸਿੱਖ
ਕ੍ਰਿਸ਼ਨਾ ਸੇਠੀ, ਸੰਗੀਣਾ ਆਦਿਕ ਇਹ ਜਿਹੜੇ ਸਿੱਖ ਸਨ ਉਹ ਵੀ ਉਸ ਸਥਾਨ ਤੇ ਭਾਈ ਭਾਨੂ ਜੀ ਦੀ ਸੰਗਤ ਕਰਨ ਵਾਸਤੇ ਪਹੁੰਚ ਗਏ ਹਨ। ਸੁਨ ਗੁਰਮਤਿ ਕੋ ਭਇਓ ਪ੍ਰਬੀਣਾ। ਇਹ ਸਿੱਖ ਬੜੇ ਪਿਆਰ ਦੇ ਨਾਲ ਜਿੱਥੇ ਸੇਵਾ ਕਰਦੇ ਨੇ ਕ੍ਰਿਸ਼ਨਾ ਤੇ ਸੇਠ ਸੰਗੀਣਾ, ਇਹ ਆ ਕਰਕੇ ਸ਼ਰਧਾ ਤੇ ਪਿਆਰ ਦੇ ਨਾਲ ਭਾਈ ਭਾਨੂ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਨ। ਸੁਤ ਬਨਤਾ ਜੁਤ ਭਾਉ ਤਰੰਤੇ। ਕੇਵਲ ਆਪ ਹੀ ਨਹੀਂ, ਆਪਣੇ ਪੁੱਤਰ, ਆਪਣੀ ਪਤਨੀ, ਪਰਿਵਾਰ ਸਮੇਤ ਸਾਰਾ ਪਰਿਵਾਰ ਆ ਕਰਕੇ ਰੋਜ਼ ਪ੍ਰੇਮ ਨਾਲ ਸੰਗਤ ਵਿੱਚ ਜੁੜਦੇ ਹਨ। ਭਾਨੂ ਕੀ ਸਭ ਸੇਵ ਕਰੰਤੇ। ਜਿੱਥੇ ਭਾਈ ਭਾਨੂ ਜੀ ਦੀ ਪ੍ਰੇਮ ਨਾਲ ਸੇਵਾ ਕਰਦੇ ਐ, ਉਹਨਾਂ ਦੀ ਸੰਗਤ ਵਿੱਚ ਰਹਿੰਦੇ ਹਨ। ਹੋਤ ਪ੍ਰਭਾਤ ਸ਼ਬਦ ਕੀ ਕਥਾ। ਤੇ ਸਵੇਰੇ ਅੰਮ੍ਰਿਤ ਵੇਲਾ ਜਦੋਂ ਹੁੰਦਾ ਹੈ, ਭਾਈ ਭਾਨੂ ਜੀ ਰੋਜ਼ ਸ਼ਬਦ ਦੀ ਕਥਾ ਕਰਦੇ ਆ। ਇਹ ਸਾਰਾ ਪਰਿਵਾਰ, ਭਾਈ ਕ੍ਰਿਸ਼ਨਾ ਜੀ ਸੇਠੀ ਜੀ, ਸਾਰਾ ਪਰਿਵਾਰ ਪਿਆਰ ਨਾਲ ਸਰਵਣ ਕਰਦੇ ਹਨ। ਪੁਨ ਸੰਧਿਆ ਕੋ ਕਰਹੀ ਤਥਾ। ਫਿਰ ਸ਼ਾਮਾਂ ਪੈਂਦੀਆਂ ਨੇ, ਫਿਰ ਕਥਾ ਹੁੰਦੀ ਹੈ। ਜਿਵੇਂ ਹੁਣ ਤੁਸੀਂ ਆਪ ਜੀ ਪਿਆਰ ਨਾਲ ਬੈਠ ਕੇ ਸਰਵਣ ਕਰ ਰਹੇ ਹੋ, ਅੰਮ੍ਰਿਤ ਵੇਲੇ ਇਸ ਸਥਾਨ ਤੇ ਕਥਾ ਸਰਵਣ ਕਰਦੇ ਹੋ। ਇਸੇ ਤਰੀਕੇ ਦੇ ਨਾਲ ਭਾਈ ਭਾਨੂ ਜੀ ਮੁਜੰਗ ਨਗਰ ਵਿੱਚ ਉੱਥੇ ਜਾ ਕੇ ਲਾਹੌਰ ਨੇੜੇ ਸਵੇਰੇ ਸ਼ਾਮ ਕਥਾ ਕਰਦੇ ਨੇ। ਪਰਿਵਾਰ ਪ੍ਰੇਮ ਨਾਲ ਉੱਥੇ ਸੰਗਤ ਦੇ ਵਿੱਚ ਜੁੜ ਕੇ ਇਹ ਵੀ ਸੰਗਤ ਦੇ ਵਿੱਚ ਕਥਾ ਵੀ ਸਰਵਣ ਕਰਦਾ ਹੈ, ਸੇਵਾ ਵੀ ਕਰਦਾ ਹੈ। ਬਹੁਰ ਕੀਰਤਨ ਮਿਲ ਕਰ ਸਭ ਕਰੈ। ਤੇ ਫਿਰ ਸਾਰੇ ਰਲ ਕੇ ਜਿੱਥੇ ਕਥਾ ਸੁਣਦੇ ਆ, ਕਥਾ ਮਾਤਾ ਹੈ, ਕੀਰਤਨ ਪੁੱਤਰ ਹੈ। ਕਥਾ ਕਰ ਸੁਣ ਪੜ ਕੇ ਹਿਰਦੇ ਵਿੱਚੋਂ ਕੀਰਤਨ ਦਾ ਜਨਮ ਹੋਣਾ ਹੈ। ਕੀਰਤਨ ਦੇ ਰਾਹੀਂ ਮਨ ਟਿਕਦਾ ਹੈ, ਫਿਰ ਕਥਾ ਹੁੰਦੀ ਹੈ। ਪਰ ਕਥਾ ਨੇ ਕੀਰਤਨ ਦੀ ਵਡਿਆਈ ਨੂੰ ਪ੍ਰਗਟ ਕਰਨਾ। ਇਹ ਵੀ ਇੱਕ ਥਾਂ ਪੰਜਵੇਂ ਪਾਤਸ਼ਾਹ ਨੇ ਜ਼ਿਕਰ ਕੀਤਾ ਸੀਗਾ। ਤੇ ਜਿਹੜੀ ਕਥਾ ਮਾਤਾ ਹੈ, ਕੀਰਤਨ ਪੁੱਤਰ ਹੈ। ਤੇ ਫਿਰ ਇਹਦਾ ਜਿਹੜਾ ਭਰਤਾ ਹੈ, ਅਸਲ ਦੇ ਵਿੱਚ ਪ੍ਰੇਮ ਜਿਹੜਾ ਹੈ ਕਥਾ ਦਾ ਭਰਤਾ ਹੈ। ਪ੍ਰੇਮ ਨਾਲ ਕੋਈ ਕਥਾ ਕਰੇ ਤੇ ਹਿਰਦੇ ਵਿੱਚੋਂ ਕੀਰਤਨ ਦਾ ਜਨਮ ਹੁੰਦਾ ਹੈ। ਇਹ ਕੀਰਤਨ ਰੂਪੀ ਪੁੱਤਰ ਪ੍ਰਗਟ ਹੁੰਦਾ ਹੈ। ਕੋਈ ਪ੍ਰੇਮ ਨਾਲ ਰੱਬ ਦੀਆਂ ਸਿਫਤਾਂ ਕਰਨ ਲੱਗ ਪਵੇ, ਉਹਦਾ ਹਿਰਦਾ ਫਿਰ ਪ੍ਰੇਮ ਨਾਲ ਗਾਉਣ ਲੱਗ ਪੈਂਦਾ ਹੈ, ਰੱਬ ਦੇ ਗੁਣ ਗਾਉਂਦਾ ਹੈ। ਇਹ ਸਾਰੇ ਪਰਿਵਾਰ ਮਿਲ ਕੇ ਫਿਰ ਕੀਰਤਨ ਵੀ ਉੱਥੇ ਕਰਦੇ ਹਨ। ਸਤਿਗੁਰ ਮੈਂ ਪੁਨ ਸ਼ਰਧਾ ਧਰੈ। ਬੜਾ ਪ੍ਰੇਮ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਪ੍ਰਤੀ ਅੰਦਰ ਸ਼ਰਧਾ ਬੜੀ ਹੈ। ਸਾਧ ਸੰਗਤ ਇਹ ਧਰਮ ਦਾ ਮਾਰਗ ਹੈ, ਸ਼ਰਧਾ ਤੋਂ ਬਗੈਰ ਤੁਰਿਆ ਨਹੀਂ ਜਾਂਦਾ। ਗਿਆਨ ਤੇ ਕੇਵਲ ਰਸਤਾ ਦੱਸਦਾ ਹੈ, ਜਿੱਥੇ ਲੋੜ ਗਿਆਨ ਦੀ ਵੀ ਹੈ, ਪਰ ਸ਼ਰਧਾ ਏਡੀ ਮਹਾਨ ਹੈ। ਗੁਰੂ ਕੀ ਗੋਦ ਵਿੱਚ ਬੈਠੇ ਹੋ, ਗਿਆਨ ਤਾਂ ਹੋ ਜਾਏਗਾ ਕਿ ਪਾਣੀ ਪੀਤਿਆਂ ਪਿਆਸ ਬੁਝਦੀ ਹੈ, ਪਿਆਸ ਬੁਝਾਉਣ ਵਾਸਤੇ ਪਾਣੀ ਚਾਹੀਦਾ ਹੈ। ਇਹ ਤੇ ਗਿਆਨ ਦੱਸ ਦੇਗਾ ਕਿ ਪਾਣੀ ਨਾਲ ਪਿਆਸ ਬੁਝਦੀ ਹੈ। ਪਰ ਪਾਣੀ ਕੋਲ ਹੋਣ ਦੇ ਬਾਵਜੂਦ ਜਿੰਨੀ ਦੇਰ ਤੱਕ ਪਿਆਸ ਨਹੀਂ ਨਾ ਪੈਦਾ ਹੁੰਦੀ, ਸੱਚ ਜਾਣਿਓ, ਕੋਲ ਗਲਾਸ ਭਰਿਆ ਪਾਣੀ ਦਾ ਰੱਖਿਆ ਹੋਵੇ, ਅਸੀਂ ਚੁੱਕ ਕੇ ਪੀਵਾਂਗੇ ਨਹੀਂ। ਪਾਣੀ ਤਾਂ ਪੀਵਾਂਗੇ ਜਦੋਂ ਅੰਦਰ ਪਿਆਸ ਪੈਦਾ ਹੋਏਗੀ। ਇਸੇ ਕਰਕੇ ਗੁਰੂ ਕੀ ਗੋਦ ਵਿੱਚ ਵੀ ਜਦੋਂ ਆਉਂਦੇ ਹਾਂ, ਆਪਾਂ ਇਹੀ ਬੇਨਤੀ ਕਰਦੇ ਹਾਂ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ। ਪਿਆਸ ਦਰਸ਼ਨ ਕੋਲ ਗੁਰੂ ਹੋ ਕੇ ਵੀ, ਕਈ ਵਾਰ ਗੁਰਦੁਆਰਾ ਕਿਸੇ ਦੇ ਨੇੜੇ ਵੀ ਹੁੰਦਾ ਹੈ, ਤੇ ਨੇੜੇ ਗੁਰਦੁਆਰਾ ਹੋ ਕੇ ਵੀ ਕਈ ਲੋਕ ਸੁੱਤੇ ਹੀ ਰਹਿ ਜਾਂਦੇ ਆ, ਗੁਰਦੁਆਰੇ ਜਾਂਦੇ ਹੀ ਨਹੀਂ। ਤੇ ਕਈ ਹਜ਼ਾਰਾਂ ਮੀਲਾਂ ਦਾ ਸਫ਼ਰ ਤਹਿ ਕੇ ਵੀ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਆ ਜਾਂਦੇ। ਜਿਹਦੇ ਅੰਦਰ ਪਿਆਸ ਹੋਵੇ, ਉਹ ਹਜ਼ਾਰਾਂ ਮੀਲ ਦਾ ਸਫ਼ਰ ਵੀ ਉਸ ਪਿਆਸ ਨੂੰ ਦੂਰ ਕਰਨ ਲਈ ਤੈਅ ਕਰਦਾ ਹੈ। ਅੰਦਰ ਪਿਆਸ ਪੈਦਾ ਹੋ ਜੇ, ਅੰਦਰ ਸ਼ਰਧਾ ਪੈਦਾ ਹੋ ਜੇ। ਜਦੋਂ ਅੰਦਰ ਸ਼ਰਧਾ ਪੈਦਾ ਹੁੰਦੀ ਹੈ, ਉਹ ਅੰਮ੍ਰਿਤ ਵੇਲੇ ਵੀ ਉੱਠ ਪੈਂਦਾ ਹੈ, ਉਹ ਨਿਤਨੇਮ ਵੀ ਕਰਦਾ ਹੈ, ਉਹ ਗੁਰਦੁਆਰੇ ਵੀ ਆਉਂਦਾ ਹੈ, ਉਹ ਸੇਵਾ ਵੀ ਕਰਦਾ। ਸਭ ਨੂੰ ਪਤਾ ਹੈ ਸੇਵਾ ਕੀਤਿਆਂ ਜੀਵਨ ਸਫਲ ਹੋਣਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਨਿਤਨੇਮ ਕਰਨਾ ਹੈ। ਜਾਣਕਾਰੀ ਤੇ ਹੈ, ਗਿਆਨ ਤਾਂ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਪਰ ਅਸਲ ਵਿੱਚ ਕੇਵਲ ਗਿਆਨ ਗੱਲ ਨਹੀਂ ਬਣਦੀ, ਸ਼ਰਧਾ ਹੋਏਗੀ, ਫਿਰ ਉਹ ਅੰਮ੍ਰਿਤ ਵੇਲੇ ਵੀ ਉੱਠੇਗਾ, ਨਿਤਨੇਮ ਵੀ ਕਰੇਗਾ, ਬਾਣੀ ਵੀ ਵਿਚਾਰੇਗਾ। ਇਹ ਸਾਰੇ ਸਿੱਖ ਜਿੱਥੇ ਅੰਦਰ ਸ਼ਰਧਾ ਰੱਖ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਦਿਨ ਰਾਤ ਇਹ ਸੇਵਾ ਸੰਗਤ ਦੀ ਕਰਦੇ ਹਨ। ਇੱਕ ਭਾਨੂ ਕੇ ਗਮਨੇ ਤਾਹਾ। ਇੱਕ ਭਾਈ ਭਾਨੂ ਮੁਜੰਗ ਨਗਰ ਦੇ ਵਿੱਚ ਪਹੁੰਚਿਆ ਸੀਗਾ। ਇੱਕ ਤੇ ਉਹਦੀ ਸੰਗਤ, ਉਹਦੇ ਪਹੁੰਚਣ ਦਾ ਪ੍ਰਤਾਪ ਸੀ ਮੁਜੰਗ ਨਗਰ ਦੇ ਵਿੱਚ, ਉਹਦਾ ਪਹੁੰਚਣਾ, ਜਿਹੜਾ ਆਪ ਸ਼ਬਦ ਦੀ ਪਹਿਲਾਂ ਕਮਾਈ ਕਰਦਾ ਹੈ, ਫਿਰ ਉਪਦੇਸ਼ ਦਿੰਦਾ। ਇਹ ਚੇਤੇ ਰੱਖਿਓ, ਅੱਜ ਜਦੋਂ ਸਿੱਖੀ ਦੇ ਪ੍ਰਚਾਰ ਦੀ ਗੱਲ ਆਵੇ, ਹਰ ਸਿੱਖ ਸਿੱਖੀ ਦਾ ਪ੍ਰਚਾਰਕ ਹੈ। ਸਾਡੇ ਤੇ ਤੁਰਦਿਆਂ ਫੁਰਦਿਆਂ ਜੀਵਨ ਨੂੰ ਵੇਖ ਕੇ ਲੋਕ ਕਹਿਣ, ਆਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਜਾ ਰਿਹਾ, ਮੈਂ ਵੀ ਆਪਣੇ ਪੁੱਤਰਾਂ ਨੂੰ ਇਹੋ ਜਿਹਾ ਬਣਾਉਣਾ, ਮੈਂ ਵੀ ਇਹੋ ਜਿਹਾ ਬਣਨਾ। ਇਸ ਤਰ੍ਹਾਂ ਪ੍ਰਭਾਵਿਤ ਹੋਇਆ ਕਰਨ ਲੋਕ। ਜਿਵੇਂ ਭਾਈ ਪੁਰਾਣੇ ਸਮੇਂ ਵਿੱਚ ਸਿੱਖ ਨੂੰ ਵੇਖ ਕੇ ਲੋਕ ਕਹਿੰਦੇ ਸੀ, ਤੇਰੇ ਕੋ ਇਹੋ ਜਿਹਾ ਜੀਵਨ ਕਿਵੇਂ ਆ ਗਿਆ। ਭਾਈ ਮਨਸੁਖ ਜਿਵੇਂ ਭਾਈ ਭਗੀਰਥ ਨੂੰ ਮਿਲਦਾ, ਉਹ ਕਹਿੰਦਾ ਮੈਨੂੰ ਵੀ ਆਪਣੇ ਵਰਗਾ ਬਣਾ ਲਾ।
ਭਾਈ ਮਨਸੁਖ ਨੂੰ ਜਿਸ ਵਕਤ ਸੰਗਲਾਦੀਪ ਦਾ ਰਾਜਾ ਸ਼ਿਵਨਾਭ ਮਿਲਦਾ ਹੈ, ਉਹ ਕਹਿੰਦਾ ਮੈਨੂੰ ਵੀ ਆਪਣੇ ਵਰਗਾ ਬਣਾ ਲਾ। ਇਹਦਾ ਮਤਲਬ ਇਹ ਗੁਰੂ ਕੇ ਸਿੱਖ ਦੀ ਇਹੋ ਜਿਹੀ ਅਵਸਥਾ ਹੋਵੇ। ਤੇ ਭਾਈ ਭਾਨੂ ਜਿਹੜਾ ਲਾਹੌਰ ਦੇ ਵਿੱਚ ਹੁਣ ਸਿੱਖੀ ਦਾ ਪ੍ਰਚਾਰ ਕਰ ਰਿਹਾ, ਇਹਦੀ ਸੰਗਤ ਦਾ ਇੱਕ ਤੇ ਬਹੁਤ ਵੱਡਾ ਅਸਰ ਸੀ। ਸਤ ਸੰਗਤ ਹੋਈ ਸ਼ੁਭ ਮਹਾ। ਇੱਕ ਇਹਦਾ ਪਹੁੰਚਣਾ, ਦੂਸਰਾ ਰੋਜ਼ ਜਿਹੜਾ ਸਤਸੰਗ ਹੁੰਦੀ ਹੈ, ਦੀਵਾਨ ਲੱਗਦੇ ਨੇ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਹਨ। ਬਾਟ ਅਥਿਤਨ ਕਰਹਿ ਆਹਾਰਾ। ਕਹਿੰਦੇ ਇਹਨਾਂ ਦੀ ਇੱਕ ਮਰਿਆਦਾ ਸੀ, ਲੰਗਰ ਦੇ ਪ੍ਰਵਾਹ ਚੱਲਦੇ ਨੇ। ਪਹਿਲਾਂ ਆਏ ਹੋਏ ਲੋੜਵੰਦ ਨੂੰ ਲੰਗਰ ਛਕਾਇਆ ਜਾਂਦਾ, ਫਿਰ ਆਪ ਛਕਦੇ ਹਨ। ਪਹਿਲਾਂ ਅਤਿਥੀਆਂ ਨੂੰ, ਲੋੜਵੰਦਾਂ ਨੂੰ, ਸੰਗਤਾਂ ਨੂੰ ਵਰਤਾਇਆ ਜਾਂਦਾ ਹੈ, ਫਿਰ ਆਪ ਛਕਦੇ ਹਨ। ਸਤਨਾਮ ਕੋ ਸਿਮਰਨ ਧਾਰਾ। ਇਸ ਤਰ੍ਹਾਂ ਸੇਵਾ ਸਿਮਰਨ ਕਰਨਾ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹੋ ਜਿਹੇ ਕਾਰਜਾਂ ਤੇ ਤੁਰਦਿਆਂ ਹੋਇਆਂ, ਸਤਨਾਮ ਦਾ ਸਿਮਰਨ ਕਰਦਿਆਂ ਇਹ ਲਾਹੌਰ ਮੁਜੰਗ ਦੇ ਸਾਰੀ ਜਿਹੜੀ ਸੰਗਤ, ਨਿੰਦਿਆ ਕਰਨ ਵਾਲੇ ਵੀ ਗੁਰੂ ਕੀਆਂ ਸਿਫਤਾਂ ਕਰਨ ਲੱਗ ਪਏ ਤੇ ਸਾਰੇ ਪਾਸੇ ਸਿੱਖੀ ਦਾ ਵਿਸਤਾਰ ਹੋ ਗਿਆ। ਲਵਪੁਰ ਮੈਂ ਲੱਦਾ ਉਪਕਾਰੀ। ਇਸੇ ਤਰ੍ਹਾਂ ਹੋਰ ਸਿੱਖਾਂ ਦਾ, ਜੋ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਦੀ 24, 25, 26ਵੀਂ ਇਹਨਾਂ ਪੌੜੀਆਂ ਵਿੱਚ ਵੱਖ-ਵੱਖ ਸਿੱਖਾਂ ਦਾ ਜ਼ਿਕਰ ਕੀਤਾ ਹੈ। ਮਹਾਂਕਵੀ ਸੰਤੋਖ ਸਿੰਘ ਜੀ ਨੇ ਅੱਗੇ ਵਿਸਤਾਰ ਕੀਤਾ ਹੈ ਕਿ ਭਾਈ ਲੱਦਾ ਜੀ ਪਰਉਪਕਾਰੀ ਇਹੋ ਜਿਹੇ ਜਿਨ੍ਹਾਂ ਨੇ ਭਾਈ ਸੱਤਾ ਤੇ ਬਲਵੰਡ ਜੀ ਨੂੰ ਵੀ ਬਖਸ਼ਾਇਆ ਸੀ, ਗੁਰੂ ਸ਼ਰਨ ਨਾਲ ਜੋੜਿਆ ਸੀ, ਉਹਨਾਂ ਦੀ ਵੀ ਇਸ ਤਰ੍ਹਾਂ ਦੀ ਗਾਥਾ ਹੈ। ਭਾਉ ਭਗਤ ਜਿਨ ਬਹੁ ਉਰਧਾਰੀ। ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਸਤਿਗੁਰੂ ਪਾਤਸ਼ਾਹ ਦੇ ਪ੍ਰਤੀ ਸੀ, ਹਿਰਦਾ ਗੁਰੂ ਦੇ ਪ੍ਰੇਮ ਤੇ ਭਗਤੀ ਨਾਲ ਹਰ ਵਕਤ ਭਰਿਆ ਰਹਿੰਦਾ ਹੈ। ਬੁੱਧੂ ਕੀਰ ਪਜਾਵਾ ਕਾਚੋ। ਕਹਿੰਦੇ ਜਿਵੇਂ ਇੱਕ ਜ਼ਿਕਰ ਪਿੱਛੇ ਵੀ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਕਿ ਭਾਈ ਬੁੱਧੂ ਜਿਹਦੇ ਉਸ ਵਕਤ ਆਵਾ ਪੱਕਣ ਦੇ ਵਾਸਤੇ ਉਹ ਅਰਦਾਸ ਕਰਾਉਂਦਾ ਏ, ਪਰ ਇੱਕ ਭਾਈ ਲੱਖੂ ਨਾਂ ਦਾ ਇੱਕ ਸਿੱਖ ਜਿਹਨੂੰ ਲੰਗਰ ਪ੍ਰਸ਼ਾਦਾ ਨਹੀਂ ਮਿਲ ਪਾਉਂਦਾ, ਤੇ ਇੱਧਰ ਸਾਰੇ ਅਰਦਾਸ ਕਰਦੇ ਨੇ ਕਿ ਇਹਦਾ ਆਵਾ ਪੱਕ ਜਾਵੇ, ਇੱਟਾਂ ਪੱਕ ਜਾਣ। ਤੇ ਉਸ ਵਕਤ ਭਾਈ ਲੱਖੂ ਦੇ ਕਹਿਣ ਕਰਕੇ ਕਿ ਇਹਨੇ ਤੁਹਾਡੇ ਸਿੱਖ ਨੂੰ ਗੁਰੂ ਜੀ ਲੰਗਰ ਨਹੀਂ ਛਕਾਇਆ, ਤੇ ਸੁਭਾਵਕ ਹੀ ਬੋਲਿਆ ਸੀ ਕਿ ਇਹਦਾ ਆਵਾ ਕੱਚਾ ਹੀ ਰਹਿਣਾ ਚਾਹੀਦਾ ਹੈ, ਤੇ ਉਹ ਜਿਹੜਾ ਆਵਾ ਕੱਚਾ ਰਹਿ ਗਿਆ ਸੀ। ਦਰ ਪਰ ਲੱਖੂ ਸ਼ਰਾਪ ਉਬਾਚੋ। ਇਹੋ ਜਿਹੇ ਬੋਲ ਜਿਹੜੇ ਸੀ ਭਾਈ ਲੱਖੂ ਉਹਦੇ ਮੁਖ ਦੇ ਵਿੱਚੋਂ ਨਿਕਲੇ ਸਨ। ਸ਼੍ਰੀ ਗੁਰ ਪ੍ਰੇਰਿਓ ਲੱਦਾ ਗਇਓ। ਤੇ ਆਖਰਕਾਰ ਭਾਈ ਬੁੱਧੂ ਨੂੰ ਜਦੋਂ ਆਵਾ ਕੱਚਾ ਰਹਿ ਗਿਆ ਤੇ ਉਹ ਫਿਰ ਗੁਰੂ ਸਾਹਿਬ ਦੇ ਕੋਲ ਪ੍ਰੇਰਨਾ ਕਰਨ ਵਾਸਤੇ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੱਸਦੇ ਆ ਭਾਈ ਕਿ ਗੁਰੂ ਕੀ ਸੰਗਤ ਨੇ ਅਰਦਾਸ ਕੀਤੀ ਹੈ, ਸੰਗਤ ਦੀ ਅਰਦਾਸ ਨੂੰ ਵੀ ਭਾਗ ਲੱਗੇਗਾ, ਪਰ ਸਿੱਖ ਦੀ ਵੀ ਭਾਵਨਾ ਪੂਰੀ ਹੋਏ ਕਿ ਜਿਹੜਾ ਭਾਈ ਲੱਖੂ ਹੈ ਉਹਦੇ ਬੋਲ ਵੀ ਜਿਹੜੇ ਨੇ ਹੁਣ ਅਧੂਰੇ ਨਹੀਂ ਰਹਿ ਸਕਦੇ, ਆਵਾ ਕੱਚਾ ਹੀ ਰਹੇਗਾ। ਤੇ ਫਿਰ ਪੁੱਛਿਆ ਪਾਤਸ਼ਾਹ, ਫਿਰ ਸਾਰੀ ਸੰਗਤ ਨੇ ਅਰਦਾਸ ਕੀਤੀ ਆਵਾ ਪੱਕ ਜੇ, ਤੇ ਇਹਦਾ ਮਤਲਬ ਫਿਰ ਸੰਗਤ ਦੀ ਅਰਦਾਸ ਨੂੰ ਕੋਈ ਭਾਗ ਨਹੀਂ? ਕਹਿੰਦੇ ਸੰਗਤ ਦੀ ਅਰਦਾਸ ਨੂੰ ਵੀ ਭਾਗ ਲੱਗੇਗਾ, ਪਰ ਕਹਿੰਦੇ ਦੋਵੇਂ ਕਾਰਜ ਕਿਵੇਂ ਹੋਣਗੇ? ਸਤਿਗੁਰੂ ਪਾਤਸ਼ਾਹ ਕਹਿੰਦੇ ਕਾਰਜ ਦੋਵੇਂ ਹੋਣਗੇ, ਸੰਗਤ ਦੀ ਅਰਦਾਸ ਵੀ ਪੂਰੀ ਹੋਏਗੀ ਤੇ ਭਾਈ ਲੱਖੂ ਦੇ ਬੋਲ ਵੀ ਪੂਰੇ ਹੋਣਗੇ। ਭਾਈ ਲੱਖੂ ਮਹਾਂਕਵੀ ਜੀ ਲਿਖਦੇ ਹੋ ਉੱਥੇ ਭਾਈ ਲੱਦਾ ਜੀ ਗੁਰੂ ਸਾਹਿਬ ਦਾ ਪ੍ਰੇਰਿਆ ਹੋਇਆ ਫਿਰ ਭਾਈ ਲੱਖੂ ਦੇ ਕੋਲ ਗਿਆ ਸੀ। ਲੱਖੂ ਕੋ ਪ੍ਰਸੰਨ ਕਰ ਲਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦੀਆਂ ਵਡਿਆਈਆਂ ਸੁਣਾ ਕੇ ਪਿਆਰ ਨਾਲ ਲੱਖੂ ਨੂੰ ਪ੍ਰਸੰਨ ਕੀਤਾ। ਕਹਿਓ ਤਿਸੈ ਨਿਜ ਬਾਕ ਹਟਾਵੋ। ਉਹਨੂੰ ਆਖਿਆ ਸੀ ਭਾਈ ਤੂੰ ਆਪਣੇ ਬਾਕ ਜਿਹੜੇ ਨੇ ਬਚਨ ਵਾਪਸ ਲੈਣਾ ਕਰ। ਬੁੱਧੂ ਰਿਣੀ ਆਪ ਲਖ ਪਾਵੋ। ਕਿ ਜਿਹੜਾ ਭਾਈ ਬੁੱਧੂ ਹੈ ਉਹ ਅਸਲ ਦੇ ਵਿੱਚ ਬਹੁਤ ਵੱਡਾ ਕਰਜ਼ਾਈ ਹੈ, ਬਹੁਤ ਕਰਜ਼ਾ ਹੈ, ਕਿਉਂਕਿ ਆਵਾ ਪਕਾਉਣ ਵਾਸਤੇ ਉਹਨੇ ਕਰਜ਼ਾ ਚੁੱਕ ਕੇ ਇਹ ਸਾਰਾ ਮਟੀਰੀਅਲ ਲਿਆ। ਜਦੋਂ ਕੋਈ ਕਾਰੋਬਾਰ ਕਰਦਾ ਹੈ ਕਈ ਵਾਰ ਕਰਜ਼ਾ ਚੁੱਕ ਕੇ ਕਾਰੋਬਾਰ ਕਰਨਾ ਆਰੰਭ ਕਰਦਾ ਹੈ, ਕਾਰੋਬਾਰ ਸਫਲ ਹੋ ਜਾਏ ਤੇ ਬਹੁਤ ਸਾਰਾ ਮੁਨਾਫਾ ਮਿਲ ਜਾਂਦਾ ਹੈ, ਪਰ ਕਈ ਵਾਰ ਉਹ ਕਾਰੋਬਾਰ ਪੂਰੀ ਤਰੀਕੇ ਦੇ ਨਾਲ ਵਪਾਰ ਨਾ ਚੱਲ ਸਕੇ ਤੇ ਕਈ ਵਾਰ ਉਹ ਕਰਜ਼ਾ ਜ਼ਿਆਦਾ ਚੜ ਜਾਂਦਾ ਹੈ। ਭਾਈ ਲੱਖੂ ਨੂੰ ਦੱਸਿਆ ਗਿਆ ਕਿ ਭਾਈ ਬੁੱਧੂ ਬਹੁਤ ਕਰਜ਼ਾਈ ਹੈ। ਪਕੇ ਪਚਾਵਾ ਬਰ ਕੋ ਦੀਜੈ। ਕਿ ਉਹਦੇ ਆਵੇ ਨੂੰ ਪੱਕਣ ਦਾ ਬਚਨ ਤੁਸੀਂ ਕਰਨਾ ਕਰੋ। ਕਿਰਪਾ ਕਰੋ ਗੁਰ ਸਿੱਖ ਜਾਨੀਜੈ। ਤੁਸੀਂ ਵੀ ਗੁਰੂ ਕੇ ਸਿੱਖ ਹੋ, ਉਹਨੂੰ ਵੀ ਸਿੱਖ ਜਾਣ ਕੇ ਬਚਨ ਕਰਨਾ ਕਰੋ। ਸੁਨ ਲੱਦੇ ਕੇ ਬਚ ਉਪਕਾਰੀ। ਇਸ ਤਰ੍ਹਾਂ ਗੁਰੂ ਸਾਹਿਬ ਦੀ ਪ੍ਰੇਰਨਾ ਸਦਕਾ ਭਾਈ ਲੱਦੇ ਪਰਉਪਕਾਰੀ ਦੀ ਬੇਨਤੀ ਸੁਣ ਕੇ ਸਿੱਖ ਲੱਖੂ ਲਖ ਰਿਣ ਦੁਖ
ਭਾਰੀ। ਲੱਖੂ ਨੇ ਵੇਖਿਆ ਕਿ ਭਾਈ ਬੁੱਧੂ ਬਹੁਤ ਕਰਜ਼ਾਈ ਹੈ, ਉਹਦੀ ਪਰੇਸ਼ਾਨੀ ਨੂੰ ਵੀ ਦੇਖਣਾ ਕੀਤਾ। ਕਹਿਓ ਵਾਕ ਸੋ ਪਲਟੈ ਕਿ ਨਾਹੀ। ਕਹਿਣ ਲੱਗੇ ਹੁਣ ਬਚਨ ਤਾਂ ਗੁਰੂ ਸਾਹਿਬ ਨੇ ਜਿਵੇਂ ਕੀਤੇ ਹਨ, ਕਿਉਂਕਿ ਸਤਿਗੁਰਾਂ ਨੇ ਕਿਹਾ ਸੀ ਕਿ ਉਹਦੀਆਂ ਕੱਚੀਆਂ ਇੱਟਾਂ ਵੀ ਪੱਕੇ ਦੇ ਭਾਅ ਵਿਕ ਜਾਣਗੇ, ਕਿ ਹੁਣ ਇਹ ਬਚਨ ਤੇ ਪਲਟ ਨਹੀਂ ਸਕਦੇ। ਪਿੱਲੀ ਈਟ ਤਾਹੇ ਬਿਕ ਜਾਹੀ। ਪਰ ਹੁਣ ਇਹ ਕੱਚੀਆਂ ਇੱਟਾਂ ਵੀ ਭਾਈ ਲੱਖੂ ਕਹਿੰਦਾ ਉਹਦੇ ਪੱਕੇ ਦੇ ਭਾਅ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਵਿਕਣਗੀਆਂ। ਜਿਮ ਪਾਕੀ ਤੇ ਧਨ ਕੋ ਪਾਵੈ। ਜਿਵੇਂ ਪੱਕੀ ਇੱਟ ਦੇ ਨਾਲ ਜਿੰਨਾ ਧਨ ਪ੍ਰਾਪਤ ਹੋਣਾ ਹੈ, ਤਥਾ ਬਿਕੈ ਰਿਣ ਸਭ ਉਤਰਾਵੈ। ਉਸੇ ਤਰੀਕੇ ਦੇ ਨਾਲ ਇਹ ਕੱਚੀਆਂ ਇੱਟਾਂ ਵੀ ਵਿਕਣਗੀਆਂ। ਇਤਿਹਾਸ 'ਚ ਜ਼ਿਕਰ ਆਉਂਦਾ ਹੈ ਕਿ ਜਦੋਂ ਇਹ ਘਟਨਾ ਗੁਰੂ ਸਾਹਿਬ ਨੇ ਬਚਨ ਕਹੇ, ਭਾਈ ਲੱਖੂ ਨੇ ਇਹ ਬਚਨ ਕਹੇ, ਤੇ ਉਸ ਰਾਤ ਜਿਵੇਂ ਹੁਣ ਬਹੁਤ ਸਾਰਾ ਮੀਂਹ ਪੈਣ ਕਰਕੇ, ਹੜ੍ਹ ਆਉਣ ਕਰਕੇ ਕਈ ਇਮਾਰਤਾਂ ਨੂੰ ਨੁਕਸਾਨ ਹੋਇਆ, ਉਦੋਂ ਵੀ ਰਾਵੀ ਦਰਿਆ ਜਿਹੜਾ ਸੀ ਲਾਹੌਰ ਕਿਲੇ ਦੇ ਨੇੜਿਓਂ ਖਹਿ ਕੇ ਲੰਘਦਾ ਸੀ। ਉਸ ਕਿਲੇ ਦੇ ਉੱਪਰ ਬਹੁਤ ਵੱਡਾ ਅਸਰ ਪਿਆ ਤੇ ਰਾਵੀ ਦਰਿਆ ਦੇ ਹੜ੍ਹ ਕਰਕੇ ਉਹਦੀ ਦੀਵਾਰ ਦਾ ਨੁਕਸਾਨ ਹੋਇਆ, ਕਿਲੇ ਦਾ ਨੁਕਸਾਨ ਹੋਇਆ। ਉਸ ਵਕਤ ਨੀਹਾਂ ਦੀ ਚਿਣਾਈ ਵਾਸਤੇ ਜਿਹੜੀਆਂ ਇੱਟਾਂ ਚਾਹੀਦੀਆਂ ਸੀ ਉਹ ਕੱਚੀਆਂ ਇੱਟਾਂ ਹੀ ਚਾਹੀਦੀਆਂ ਸੀ। ਉਹ ਕੱਚੀਆਂ ਇੱਟਾਂ ਵੀ ਫਿਰ ਪੱਕਿਆਂ ਦੇ ਭਾਅ ਜਿਹੜੀਆਂ ਸੀ ਉਸ ਵਕਤ ਖਰੀਦੀਆਂ ਗਈਆਂ ਤੇ ਇਹ ਪੱਕਿਆਂ ਦੇ ਭਾਅ ਵਿਕ ਗਈਆਂ ਸੀ। ਕਹਿਣ ਦਾ ਭਾਵ ਕਿ ਗੁਰੂ ਸਾਹਿਬ ਕਿਰਪਾ ਕਰਨ, ਸੰਗਤ ਦੀ ਅਰਦਾਸ ਵੀ ਵਿਫਲ ਨਹੀਂ ਹੁੰਦੀ, ਤੇ ਜੇ ਕੋਈ ਸਿੱਖ ਪ੍ਰੇਮ ਨਾਲ ਬਚਨ ਕਰ ਦੇਵੇ, ਆਪਣੇ ਸਿੱਖ ਦੀ ਵੀ ਸਤਿਗੁਰੂ ਪਾਤਸ਼ਾਹ ਲਾਜ ਕਰਦੇ ਹੈ। ਤੇ ਸਿੱਖ ਤੇ ਗੁਰੂ ਦੇ ਵਿੱਚ ਵਿਚੋਲਾ ਬਣ ਕੇ ਭਾਈ ਲੱਦਾ ਜੀ ਪਰਉਪਕਾਰ ਵਾਲੇ ਇਸ ਤਰ੍ਹਾਂ ਦੇ ਕਾਰਜ ਕਰਿਆ ਕਰਦੇ ਸਨ। ਲਵਪੁਰ ਮੈਂ ਲੱਦਾ ਇਸ ਭਾਂਤ। ਇਹ ਲਾਹੌਰ ਨਿਵਾਸੀ ਭਾਈ ਲੱਦਾ ਜੀ ਇਹ ਪਰਉਪਕਾਰ ਵਾਲਾ ਕਾਰਜ ਕਰਨ ਵਾਲੇ। ਪਰ ਉਪਕਾਰ ਕਰਹਿ ਬਖਿਆਤ। ਕਹਿੰਦੇ ਸਾਰਾ ਜਗਤ ਉਹਨਾਂ ਨੂੰ ਕੇਵਲ ਭਾਈ ਲੱਦਾ ਨਹੀਂ, ਉਹਨਾਂ ਦੇ ਪਰਉਪਕਾਰ ਕਰ, ਕਿਉਂਕਿ ਆਪਣੇ ਵਾਸਤੇ ਕਦੀ ਬੇਨਤੀ ਕਰਨੀ ਸੀ ਜਾਂਦੇ। ਕਦੀ ਕਹਿੰਦੇ ਭਾਈ ਸੱਤਾ ਜੀ ਦੀ ਬੇਨਤੀ ਲੈ ਕੇ ਚਲੇ ਗਏ, ਕਈ ਭਾਈ ਬਲਵੰਡ ਜੀ ਦੀ, ਕਈ ਕਦੀ ਭਾਈ ਬੁੱਧੂ ਜੀ ਦੀ ਬੇਨਤੀ ਲੈ ਕੇ, ਇੱਦਾਂ ਵੱਖ-ਵੱਖ ਸਿੱਖਾਂ ਦੀ ਬੇਨਤੀ ਲੈ ਕੇ ਗੁਰੂ ਸਾਹਿਬ ਕੋਲ ਜਾਂਦੇ ਸੀ ਕਿ ਸਤਿਗੁਰੂ ਜੀ ਇਹਨਾਂ ਨੂੰ ਬਖਸ਼ ਦਿਓ, ਕਿਰਪਾ ਕਰ ਦਿਓ। ਪਰਉਪਕਾਰ ਹੇਤੀ ਸਾਰੇ ਕਾਰਜ ਕਰਦੇ ਹੈ, ਤੇ ਇਸ ਕਾਰੇ ਸਾਰਾ ਜਗਤ ਭਾਈ ਲੱਦਾ ਜੀ ਨੂੰ ਭਾਈ ਲੱਦਾ ਪਰਉਪਕਾਰੀ ਕਹਿ ਕੇ ਸਤਿਕਾਰ ਕਰਦਾ ਹੈ। ਲੱਖੂ ਰਹਿ ਪਟੋਲੀ ਤਾਹੇ। ਤੇ ਭਾਈ ਲੱਖੂ ਪਟੋਲੀਆ ਉਹ ਵੀ ਲਾਹੌਰ ਦੇ ਵਿੱਚ ਰਹਿਣ ਵਾਲਾ ਸਿੱਖ ਹੈ। ਗੁਰੂ ਧਿਆਨ ਨਿਸ ਦਿਨ ਮਨ ਮਾਹੇ। ਦਿਨ ਰਾਤ ਗੁਰੂ ਚਰਨਾਂ ਦੇ ਵਿੱਚ ਉਹਦਾ ਧਿਆਨ ਜੁੜਿਆ ਰਹਿੰਦਾ। ਉਹ ਵੀ ਬਾਣੀ ਪੜ੍ਹਦਾ ਹੈ, ਸਿੱਖੀ ਕਮਾਉਣ ਵਾਲਾ ਇਹ ਵੀ ਸਿੱਖ ਬੜਾ ਮਹਾਨ ਹੋਇਆ ਹੈ। ਇੱਕ ਤੀਰਥ ਅਰ ਮੂਲਾ ਬੇਰੀ। ਇਸੇ ਤਰ੍ਹਾਂ ਇੱਕ ਭਾਈ ਤੀਰਥ, ਇੱਕ ਭਾਈ ਮੂਲਾ ਬੇਰੀ, ਇਹ ਜਿਹੜੇ ਦੋ ਸਿੱਖ ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ। ਸਿੱਖ ਮੁਕੰਦਾ ਮਿਲ ਤਿਸ ਬੇਰੀ। ਇੱਕ ਸਿੱਖ ਮੁਕੰਦਾ ਜੀ, ਇੱਕ ਇਹ ਤਿੰਨ ਸਿੱਖ ਇਸ ਤਰੀਕੇ ਨਾਲ। ਚੌਥ ਨਿਹਾਲੂ ਜੋ ਸੁਨਿਆਰਾ। ਤੇ ਚੌਥੇ ਨੰਬਰ ਤੇ ਭਾਈ ਨਿਹਾਲੂ ਜੀ ਜੋ ਸੁਨਿਆਰਾ ਸੀ। ਇੱਕ ਭਾਈ ਤੀਰਥ ਜੀ, ਦੂਸਰੇ ਭਾਈ ਮੂਲਾ ਬੇਰੀ ਜੀ, ਤੀਸਰਾ ਸਿੱਖ ਭਾਈ ਮੁਕੰਦਾ ਜੀ, ਤੇ ਚੌਥੇ ਨੰਬਰ ਤੇ ਭਾਈ ਨਿਹਾਲੂ ਜੋ ਸੁਨਿਆਰੇ ਦਾ ਕੰਮ ਕਰਦਾ। ਇਹ ਚਾਰ ਸਿੱਖ ਮਿਲ ਆਏ ਗੁਰ ਕੇ ਦਰਬਾਰ। ਇਹ ਚਾਰੇ ਸਿੱਖ ਇੱਕ ਵਾਰ ਇਕੱਠੇ ਹੋ ਕੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੇ ਕੋਲ ਆ ਕੇ ਬੇਨਤੀ ਕਰਦੇ ਹਨ। ਕਰ ਬੰਧਨ ਕੋ ਬੈਠੇ ਪਾਸ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਆ ਕੇ ਪਹਿਲਾਂ ਇਹਨਾਂ ਨਮਸਕਾਰ ਕੀਤੀ। ਸਤਿਗੁਰਾਂ ਦੀ ਜਿੱਥੇ ਸੰਗਤ ਵਿੱਚ ਸਾਰੇ ਚਰਨਾਂ ਦੇ ਵਿੱਚ ਬੈਠੇ ਹੋਏ ਸਨ, ਇਹ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਪਿਆਰ ਨਾਲ ਸੱਜ ਗਏ। ਮਿਲ ਆਏ ਹਾਥ ਜੋੜ ਕੀਨੀ ਅਰਦਾਸ। ਦੋਵੇਂ ਹੱਥ ਜੋੜ ਕੇ ਨਿਮਰਤਾ ਦੇ ਸਹਿਤ ਅਰਦਾਸ ਕੀਤੀ, ਕਿਉਂਕਿ ਸਿੱਖ ਅਰਦਾਸ ਜਦੋਂ ਕਰਦਾ ਹੈ, ਦੋਏ ਕਰ ਜੋਰ ਕਰੋ ਅਰਦਾਸ ਤੁਧ ਭਾਵੈ ਤਾਂ ਆਣੇ ਰਾਸ। ਹੱਥ ਖਿਲਾਰ ਕੇ ਨਹੀਂ ਕਰਦਾ, ਝੋਲੀ ਫੈਲਾ ਕੇ ਨਹੀਂ ਕਰਦਾ, ਇਹ ਜੋੜ ਕੇ ਅਰਦਾਸ ਕਰਦਾ। ਹੱਥ ਜੋੜ ਕੇ ਵੀ ਇਹਦਾ ਮਤਲਬ ਤੂੰ ਜੁੜਨ ਵਾਸਤੇ ਆਇਆ, ਜੇ ਜੁੜ ਜਾਏਗਾ ਤੇ ਜੋ ਗੁਰੂ ਦਾ ਹੈ ਤੇਰਾ ਹੋ ਜਾਏਗਾ। ਇਸ ਕਰਕੇ ਇਹ ਗੁਰੂ ਦੇ ਅੱਗੇ ਜੋਦੜੀ ਕਰਦਾ ਹੈ ਕਿ ਸਤਿਗੁਰੂ ਸਾਨੂੰ ਆਪਣੇ ਨਾਲ ਜੋੜ ਲੈ। ਇਹ ਜੋੜ ਕਰਕੇ ਹੱਥ ਦੋਵੇਂ ਅਰਦਾਸ ਕਰਦੇ ਨੇ। ਸਿੱਖ ਆਪ ਕੇ ਅਨਕ ਪ੍ਰਕਾਰੇ। ਦੋਵੇਂ ਹੱਥ ਜੋੜ ਕੇ ਬੇਨਤੀ ਕਰਤੀ ਇਹਨਾਂ ਸਾਰੇ ਚਾਰੇ ਸਿੱਖਾਂ ਨੇ ਕਿ ਗਰੀਬ ਨਵਾਜ ਆਪ ਜੀ ਦੇ ਕਈ ਪ੍ਰਕਾਰ ਦੇ ਸਿੱਖ ਨੇ, ਵੱਖ-ਵੱਖ ਥਾਵਾਂ ਤੇ ਰਹਿੰਦੇ ਹਨ। ਸ਼ਬਦ ਕੀਰਤਨ ਕਥਾ ਉਚਾਰੇ। ਕੋਈ ਬਾਣੀ ਪੜ੍ਹਦਾ ਹੈ, ਕੋਈ ਕੀਰਤਨ ਕਰਦਾ ਹੈ, ਕੋਈ ਕਥਾ ਵਿਚਾਰਾਂ ਕਰਦਾ ਹੈ। ਕਈ ਪ੍ਰਕਾਰ ਦੇ ਆਪ ਜੀ ਦੇ ਸਿੱਖ ਸ਼ਬਦ ਕੀਰਤਨ ਕਥਾ ਕਰਨ ਵਾਲੇ ਹਨ। ਇੱਕ ਤੇ
ਕੇ ਸੁਨਤ ਸੋ ਮਨ ਦਰਵ ਜਾਵੈ। ਗਰੀਬ ਨਵਾਜ ਸਤਿਗੁਰੂ ਜੀ, ਕਈ ਸਿੱਖ, ਇੱਕ ਉਹ ਸਿੱਖ ਨੇ ਆਪ ਜੀ ਦੇ ਜਿਨ੍ਹਾਂ ਦੇ ਕੋਲੋਂ ਬਾਣੀ ਸੁਣੀਦੀ ਹੈ, ਜਿਨ੍ਹਾਂ ਦੇ ਕੋਲੋਂ ਬਚਨ ਸਰਵਣ ਕਰੀਦੇ ਹੈ, ਤੇ ਮਨ ਜਿਵੇਂ ਬਰਫ਼ ਸੇਕ ਪੈਣ ਤੇ ਪੰਗਲ ਜਾਂਦੀ ਹੈ, ਇਸੇ ਤਰ੍ਹਾਂ ਮਨ ਸੁਣਦਿਆਂ ਹੀ ਪ੍ਰੇਮ ਦੇ ਵਿੱਚ, ਹਿਰਦਾ ਵੈਰਾਗ ਦੇ ਵਿੱਚ ਭਿੱਜ ਜਾਂਦਾ ਹੈ। ਮਨ ਗੁਰੂ ਸ਼ਬਦ ਨਾਲ ਜੁੜ ਜਾਂਦਾ ਹੈ, ਮਨ ਪੰਗਰ ਜਾਂਦਾ ਹੈ। ਇਕ ਕੋ ਕਹਿਓ ਸਮੀਪ ਨਾ ਜਾਵੈ। ਪਰ ਕਈ ਇਹੋ ਜਿਹੇ ਨੇ ਜਿਨ੍ਹਾਂ ਦੇ ਬੋਲ ਤੇ ਸੁਣਦੇ ਆ, ਪਰ ਇਹ ਉਹ ਸਮੀਪ ਭਾਵ ਹਿਰਦੇ ਨੂੰ ਛੂੰਹਦੇ ਹੀ ਨਹੀਂ। ਕਈਆਂ ਦੇ ਬੋਲ ਮਨ ਤੇ ਕੋਈ ਅਸਰ ਨਹੀਂ ਕਰਦੇ ਹਨ। ਸ਼੍ਰੀ ਮੁਕਤੇ ਸ਼ੁਭ ਜੁਗਤ ਬਖਾਨੀ। ਤੇ ਸਤਿਗੁਰੂ ਪਾਤਸ਼ਾਹ ਇਹ ਗੱਲ ਸੁਣ ਕੇ ਕੀ ਪੁੱਛਦੇ ਨੇ, ਗਰੀਬ ਨਵਾਜ ਐਸਾ ਕਿਉਂ ਹੈ? ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਉੱਥੇ ਕਿਹੜੇ ਸੋਹਣੇ ਢੰਗ ਦੇ ਨਾਲ ਸਮਝਾਉਂਦੇ ਹਨ। ਹੀਰਾ ਫਟਕ ਦੋਇ ਏਕ ਸਮਾਨੀ। ਕਹਿੰਦੇ ਹੀਰਾ ਤੇ ਫਟਕ, ਫਟਕ ਅਸਲ ਵਿੱਚ ਬਿਲੌਰ ਨੂੰ ਕਿਹਾ ਜਾਂਦਾ ਹੈ। ਜਿਵੇਂ ਕ੍ਰਿਸਟਲ ਹੁੰਦਾ ਇੱਕ ਖਾਸ ਪ੍ਰਕਾਰ ਦਾ ਬਿਲੌਰ, ਇੱਕ ਪਾਸੇ ਡਾਇਮੰਡ ਹੈ, ਇੱਕ ਪਾਸੇ ਕ੍ਰਿਸਟਲ ਹੈ। ਵੇਖਣ ਨੂੰ ਕਈ ਵਾਰ ਉਹ ਕ੍ਰਿਸਟਲ ਜਦੋਂ ਰੋਸ਼ਨੀ ਪੈਂਦੀ ਹੈ ਤੇ ਉਹ ਜਿਹੜਾ ਬਿਲੌਰ ਹੈ, ਫਟਕ ਹੈ, ਚਮਕਦਾ ਹੈ, ਤੇ ਦੂਸਰੇ ਪਾਸੇ ਜਿਹੜਾ ਡਾਇਮੰਡ ਹੀਰਾ ਹੈ ਉਹ ਆਪਣੀ ਰੋਸ਼ਨੀ ਨਾਲ ਚਮਕਦਾ। ਕਈ ਵਾਰ ਧੋਖਾ ਪਾ ਜਾਂਦਾ ਹੈ, ਕਿਤੇ ਬਾਹਰੋਂ ਚਮਕ ਪਾ ਕਰਕੇ ਉਸ ਕ੍ਰਿਸਟਲ ਨੂੰ, ਉਸ ਬਿਲੌਰ ਨੂੰ, ਉਸ ਫਟਕ ਨੂੰ ਕਈ ਵਾਰ ਮਹਿੰਗੇ ਭਾਅ ਕਈ ਲੋਕ ਵੇਚ ਦਿੱਤਾ ਜਾਂਦਾ ਹੈ। ਪੱਥਰ ਹੀ ਹੁੰਦਾ ਹੈ, ਕੱਚ ਵਰਗਾ ਚਮਕਣ ਵਾਲਾ ਸਾਫ਼ ਪੱਥਰ, ਉਹਨੂੰ ਕਿਹਾ ਜਾਂਦਾ ਬਿਲੌਰ, ਫਟਕ, ਕ੍ਰਿਸਟਲ ਵੀ ਉਸ ਨੂੰ ਕਹਿ ਦਿੱਤਾ ਜਾਂਦਾ। ਕਹਿੰਦੇ ਜਿਵੇਂ ਇਹਨਾਂ ਦੋਵਾਂ ਦੇ ਵਿੱਚ ਫਰਕ ਹੈ। ਹੀਰਾ ਨਿਜ ਪ੍ਰਕਾਸ਼ ਦਿਖਰਾਵੈ। ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਉਦਾਹਰਨਾਂ ਵੱਖ-ਵੱਖ ਦੇ ਕੇ ਦੱਸਦੇ ਨੇ ਕਿ ਭਾਈ ਕਿ ਕਿਵੇਂ ਕਈਆਂ ਦੇ ਬੋਲਾਂ ਦਾ ਅਸਰ ਜੀਵਨ ਦੇ ਵਿੱਚ ਪੈਂਦਾ ਹੈ ਤੇ ਕਈਆਂ ਦੇ ਬੋਲਾਂ ਦਾ ਅਸਰ ਕਿਉਂ ਨਹੀਂ ਪੈਂਦਾ, ਉਹਦਾ ਕਾਰਨ ਕੀ ਹੈ। ਜਿੱਥੇ ਸਤਿਗੁਰੂ ਪਾਤਸ਼ਾਹ ਨੇ ਵੱਖ-ਵੱਖ ਉਦਾਹਰਨਾਂ ਦੇ ਕੇ ਇਸ ਸੰਬੰਧ ਦੇ ਵਿੱਚ ਚਾਨਣਾ ਪਾਇਆ, ਉੱਥੇ ਹੀ ਕਸ਼ਮੀਰ ਦੀ ਧਰਤੀ ਤੋਂ ਇੱਕ ਸ਼ਿਕਾਇਤ ਮਿਲੀ ਹੈ ਕਿ ਗਰੀਬ ਨਵਾਜ ਉੱਥੋਂ ਦੇ ਪੰਡਤ ਸੰਸਕ੍ਰਿਤ ਪੜ੍ਹਨ ਵਾਲੇ ਉਹ ਗੁਰਮੁਖੀ ਭਾਸ਼ਾ ਦਾ ਨਿਰਾਦਰ ਕਰਦੇ ਨੇ, ਇਹਦਾ ਸਤਿਕਾਰ ਨਹੀਂ ਕਰਦੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਕਿਵੇਂ ਗੁਰਮੁਖੀ ਭਾਸ਼ਾ ਦੀ ਵਡਿਆਈ ਕੀ ਹੈ, ਗੁਰਮੁਖੀ ਵਿੱਚ ਬਾਣੀ ਕਿਉਂ ਉਚਾਰਨ ਕੀਤੀ ਹੈ, ਵਡਿਆਈ ਕਿਵੇਂ ਪ੍ਰਗਟ ਕਰਦੇ ਆ, ਇਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਅੱਗੇ ਸਰਵਣ ਕਰਾਂਗੇ। ਇੰਨੀਆਂ ਕੋ ਬੇਨਤੀਆਂ ਨਾਲ ਅੱਜ ਇੱਥੇ ਇਤਿਹਾਸ ਦੇ ਪ੍ਰਸੰਗ ਦੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਸਭ ਦੀ ਹਾਜ਼ਰੀ ਸੇਵਾਦਾਰ ਤੇ ਪ੍ਰਵਾਨ ਕਰਨ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਤੋਂ 8ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਸਾਰੇ ਪਿਆਰ ਨਾਲ ਬੋਲੋ ਜੀ, ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਭੁੱਲ ਚੁੱਕ ਦੀ ਖਿਮਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆ ਫਤਿਹ ਬੁਲਾਈਏ ਜੀ। ਸ਼੍ਰੀ ਮੁਕਤੇ ਸ਼ੁਭ ਜੁਗਤ ਬਖਾਨੀ। ਹੀਰਾ ਫਟਕ ਦੋਏ ਏਕ ਸਮਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।